ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ। ਸਾਰਿਆਂ ਨੂੰ ਇਸ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਜਦੋਂ ਅਸੀਂ ਪਾਣੀ ਦੀ ਕਮੀ ਦੀ ਗੱਲ ਛੇੜਦੇ ਹਾਂ, ਅਕਸਰ ਸਾਡੇ ਵਿਊਅਰਸ ਲਈ ਪੰਜਾਬ ਦੀ ਉਹ ਸੁੱਕੀ ਹੋਈ ਧਰਤੀ ਮਨ 'ਚ ਆ ਜਾਂਦੀ ਹੈ। ਸਾਡੀ ਦਰਿਆਵਾਂ ਨੂੰ ਕਿਸ ਤਰ੍ਹਾਂ ਮੋੜਿਆ ਜਾ ਰਿਹਾ ਹੈ, ਸਾਡੀ ਖੇਤੀਬਾੜੀ 'ਤੇ ਕਿਸ ਤਰ੍ਹਾਂ ਉਸ ਪਾਣੀ ਦੀ ਕਮੀ ਦਾ ਇੰਪੈਕਟ ਹੋ ਰਿਹਾ ਅਤੇ ਲੰਬੇ ਸਮੇਂ ਲਈ ਉਹ ਇੰਪੈਕਟ ਚੱਲਦਾ ਰਹੂਗਾ। ਬਟ ਇਹ ਜੋ ਵਾਟਰ ਕ੍ਰਾਈਸਿਸ ਹੈਗੀ, ਇਹ ਸਿਰਫ ਪੰਜਾਬ ਦੇ ਵਿੱਚ ਜਿੱਥੇ ਸਾਡਾ ਪਿਛੋਕੜ ਹੈ ਉੱਥੇ ਦੀ ਗੱਲ ਨਹੀਂ ਹੈ। ਇਨਫੈਕਟ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਜੋ ਯੂਨਾਈਟਿਡ ਸਟੇਟਸ ਦੀ ਡੋਮੈਸਟਿਕ ਅਤੇ ਵੱਧਦੀ ਹੋਈ ਵਾਟਰ ਕ੍ਰਾਈਸਿਸ ਹੈਗੀ, ਡਰਾਊਟ ਕੰਡੀਸ਼ਨਸ ਹਨ, ਐਕਸਟ੍ਰੀਮ ਵੈਦਰ, ਐਕਸਟ੍ਰੀਮ ਗਰਮੀ ਕਰਕੇ ਉਹਦੇ ਬਾਰੇ ਜਾਣਕਾਰੀ ਸ਼ੇਅਰ ਕਰਨ ਜਾ ਰਹੀ ਹਾਂ। ਇਨਫੈਕਟ ਇਹ ਜੋ ਕ੍ਰਾਈਸਿਸ ਹੈਗੀ, ਇਸ ਸਮਰ ਸੀਜ਼ਨ ਦੀ ਜੋ ਹੀਟ ਵੇਵਸ ਚੱਲਦੀਆਂ ਆ ਰਹੀਆਂ, ਭਾਵੇਂ ਉਹ ਵੈਸਟ ਕੋਸਟ ਦੇ ਵਿੱਚ ਹੋਣ, ਈਸਟ ਕੋਸਟ ਦੇ ਵਿੱਚ ਹੋਣ, ਜਾਂ ਅਮਰੀਕਨ ਮਿਡ ਵੈਸਟ ਜਿੱਥੇ ਕਿੰਨਾ ਐਗਰੀਕਲਚਰ ਵਸਿਆ ਹੋਇਆ, ਉੱਥੇ ਲਗਾਤਾਰ ਇੰਪੈਕਟ ਕਰ ਰਹੀ ਹੈ ਅਤੇ ਵੱਧ ਚੜ੍ਹ ਕੇ ਸਾਨੂੰ ਇਸ ਵਾਟਰ ਕ੍ਰਾਈਸਿਸ ਦਾ ਇੰਪੈਕਟ ਆਫ ਕੋਰਸ ਐਗਰੀਕਲਚਰ 'ਤੇ ਵੀ ਮਹਿਸੂਸ ਹੋ ਰਿਹਾ ਹੈ, ਇਲੈਕਟ੍ਰਿਸਿਟੀ ਗ੍ਰਿਡ 'ਤੇ ਮਹਿਸੂਸ ਹੋ ਰਿਹਾ ਹੈ, ਇਨਫਰਾਸਟਰਕਚਰ 'ਤੇ ਮਹਿਸੂਸ ਹੋ ਰਿਹਾ ਹੈ। ਜਿਸ ਤਰ੍ਹਾਂ ਲੋਕੀ ਰਹਿੰਦੇ ਹੈ, ਜਿਸ ਤਰ੍ਹਾਂ ਸਾਡੀ ਸੁਸਾਇਟੀ ਇੱਥੇ ਵਸੀ ਹੋਈ ਹੈ, ਇਨ ਸਾਰੀ ਚੀਜ਼ਾਂ ਉੱਤੇ ਇਸ ਪਾਣੀ ਦੀ ਕਮੀ ਦਾ ਇੰਪੈਕਟ ਮਹਿਸੂਸ ਹੋ ਰਿਹਾ ਹੈ। ਜਦੋਂ ਅਸੀਂ ਅਮਰੀਕਨ ਮਿਡ ਵੈਸਟ ਦੀ ਗੱਲ ਕਰਦੇ ਹਾਂ, ਅਮਰੀਕਨ ਕਲਾਈਮੇਟ ਦੀ ਗੱਲ ਕਰਦੇ ਹਾਂ, ਇੱਥੇ ਇਹ ਚੀਜ਼ ਨੋਟ ਕਰਨੀ ਬਹੁਤ ਜ਼ਰੂਰੀ ਹੈ ਕਿ ਯੂਨਾਈਟਿਡ ਸਟੇਟਸ ਦੇ ਵਿੱਚ ਕੁਝ ਇਹੋ ਜਿਹੇ ਮੈਨ ਮੇਡ ਵਾਟਰ ਸਟਰਕਚਰਸ ਹਨ, ਜਿਸ ਤਰ੍ਹਾਂ ਲੇਕ ਮੀਡ ਹੋ ਗਿਆ, ਲੇਕ ਪਾਵਲ ਹੋ ਗਈ, ਜੋ ਇੱਕ ਇਲੈਕਟ੍ਰਿਸਿਟੀ ਦੇ ਨਾਲ ਵੀ ਜੁੜੇ ਹੋਏ ਹੈ। ਉਹਨਾਂ ਦੇ ਕਰਕੇ ਮਿਲੀਅਨਸ ਆਫ ਲੋਕਾਂ ਨੂੰ ਪਾਣੀ ਅਤੇ ਬਿਜਲੀ ਦਾ ਪ੍ਰਬੰਧ ਮਿਲਦਾ ਹੈ। ਐਂਡ ਅੱਜ ਦੀ ਡੇਟ ਦੇ ਵਿੱਚ ਸਾਨੂੰ ਇੱਕ ਕਲਾਈਮੇਟ ਸਟੱਡੀ ਦੱਸਦੀ ਹੈ ਕਿ ਯੂਨਾਈਟਿਡ ਸਟੇਟਸ ਦੇ ਦੋ ਵੱਡੇ ਰੈਜ਼ਰਵਾਰਸ, ਲੇਕ ਮੀਡ ਜੋ ਸਭ ਤੋਂ ਵੱਡਾ ਰੈਜ਼ਰਵਾਰ ਹੈਗਾ, ਜੋ ਕਿ ਮਿਲੀਅਨਸ ਨੂੰ ਪਾਣੀ ਅਤੇ ਬਿਜਲੀ ਪ੍ਰੋਵਾਈਡ ਕਰਦਾ ਹੈ, ਉਹਦੇ ਵਿੱਚ ਪਾਣੀ ਦੀ ਕਮੀ ਕਿਸ ਤਰ੍ਹਾਂ ਵੱਧ ਰਹੀ ਹੈ। ਤੁਸੀਂ ਸਕਰੀਨ 'ਤੇ ਪਿਕਚਰਸ ਵੇਖ ਸਕਦੇ ਹੋ, ਜੋ ਕਿ ਸਪੇਸ ਸੈਟੇਲਾਈਟਸ ਤੋਂ ਲਿੱਤੀਆਂ ਗਈਆਂ ਸਨ 2000 ਤੋਂ ਲੈ ਕੇ 2020 ਤੱਕ। ਕਿੰਨੀ ਉਹ ਲੇਕ ਜੋ ਮੈਨ ਮੇਡ ਲੇਕ ਹੈਗੀ, ਕਿੰਨੀ ਸੁੱਕ ਗਈ ਹੈ। ਇਨਫੈਕਟ ਲੇਕ ਮੀਡ ਜੋ ਕਿ ਨਵਾਡਾ, ਐਰੀਜ਼ੋਨਾ, ਕੋਲੋਰਾਡੋ, ਇਨ ਸਟੇਟਸ ਦੇ ਨਾਲ ਜੁੜੀ ਹੋਈ, ਇਹ ਸਿਰਫ ਤਾਂ ਸਿਰਫ ਇੱਕ ਅਕੇਲੀ ਨਹੀਂ ਅਫੈਕਟਡ। ਲੇਕ ਪਾਵਲ ਜੋ ਕਿ ਯੂਟਾ ਅਤੇ ਐਰੀਜ਼ੋਨਾ ਦੇ ਵਿੱਚ ਮੌਜੂਦ ਹਨ, ਉੱਥੇ ਲੇਕ ਪਾਵਲ ਦੇ ਵਿੱਚ ਜਿਹਦੇ ਕਰਕੇ ਨਵਾਡਾ, ਐਰੀਜ਼ੋਨਾ, ਕੈਲੀਫੋਰਨੀਆ, ਵਾਇਓਮਿੰਗ, ਕੋਲੋਰਾਡੋ, ਨਿਊ ਮੈਕਸੀਕੋ ਥੱਲੇ ਤੱਕ ਪਾਣੀ ਆਉਂਦਾ ਹੈ। ਤੁਸੀਂ ਅਗਲੀ ਸਲਾਈਡ ਵਿੱਚ ਵੇਖ ਸਕਦੇ ਹੋ ਕਿ ਲੇਕ ਮੀਡ ਦੇ ਵਿੱਚ ਸ਼ਰਿੰਕਿੰਗ ਵਾਟਰ ਸਪਲਾਈ ਮਿਲੀਅਨਸ ਆਫ ਲੋਕਾਂ ਨੂੰ ਪਾਵਰ ਕ੍ਰਾਈਸਿਸ ਦੇ ਵੱਲ ਤੋਰ ਰਹੀ ਹੈ। ਇਨਫੈਕਟ ਇਨ ਦੋਨੋਂ ਪਿਕਚਰਾਂ ਨੂੰ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਹਾਂ। ਜੋ 1985 ਤੁਸੀਂ ਵੇਖ ਸਕਦੇ ਹੋ ਲੇਕ ਪਾਵਲ ਦੀ ਵਾਟਰ ਲੈਵਲ ਕਿੱਥੇ ਤੱਕ ਸੀਗਾ, ਅਤੇ 2020 ਦੇ ਵਿੱਚ ਕਿੰਨਾ ਉਹ ਸੁੱਕ ਗਿਆ। ਵਨਸ ਅਗੇਨ ਥੀਸ ਆਰ ਪਿਕਚਰਸ ਫਰਮ ਸਪੇਸ ਜੋ ਸਾਨੂੰ ਇੱਕ ਵੱਡੇ ਲੈਵਲ ਦੀ ਸ਼ਰਿੰਕੇਜ ਦਿਖਾਉਂਦੀਆਂ। ਆਈ ਮੀਨ ਅਗਰ ਅਸੀਂ ਯੂਨਾਈਟਿਡ ਸਟੇਟਸ ਦੇ ਵਿੱਚ ਇਸ ਡਰਾਊਟ ਦੀ ਗੱਲ ਕਰੀਏ, ਹੁਣ ਉਹ ਗੱਲ ਨਹੀਂ ਰਹੀ ਕਿ ਡਰਾਊਟ ਵੱਧ ਰਹੀ ਹੈ ਜਾਂ ਡਰਾਊਟ ਐਕਸਟ੍ਰੀਮ ਹੋ ਰਹੀ ਹੈ। ਅੱਜ ਦੀ ਡੇਟ ਦੇ ਵਿੱਚ ਐਕਸਪਰਟਸ ਕਹਿੰਦੇ ਹੈ ਕਿ ਇੰਨੀ ਡਰਾਊਟ ਵੱਧ ਗਈ ਹੈ ਕਿ ਹੁਣ ਇਹਨੂੰ ਤੁਸੀਂ ਡਰਾਊਟ ਵੀ ਨਹੀਂ ਕਹਿ ਸਕਦੇ। ਐਰਿਡਿਫਿਕੇਸ਼ਨ ਦੇ ਵੱਲ ਅਸੀਂ ਤੁਰ ਰਹੇ ਹਾਂ। ਜਿਸ ਤਰ੍ਹਾਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਕਿ ਕੁਝ ਸਾਲਾਂ ਦੇ ਵਿੱਚ ਅਗਰ ਚੀਜ਼ਾਂ ਨਹੀਂ ਬਦਲੀਆਂ, ਪੰਜਾਬ ਰੇਗਿਸਤਾਨ ਬਣ ਜਾਊਗਾ। ਇਹੀ ਸਥਿਤੀ ਯੂਨਾਈਟਿਡ ਸਟੇਟਸ ਦੇ ਵਿੱਚ ਵੀ ਪਾਈ ਜਾ ਰਹੀ ਹੈ ਅੱਜ ਦੀ ਡੇਟ ਦੇ ਵਿੱਚ। ਸੋ ਕਿਸ ਤਰ੍ਹਾਂ ਅਸੀਂ ਇਸ ਵਾਟਰ ਕ੍ਰਾਈਸਿਸ ਨੂੰ ਬਿਹਤਰ ਸਮਝ ਸਕਦੇ ਹਾਂ, ਮੈਨੇਜ ਕਰ ਸਕਦੇ ਹਾਂ, ਕਿ ਚੇਂਜਸ ਸਾਡੀ ਸੁਸਾਇਟੀ ਦੇ ਵਿੱਚ ਖਾਸ ਕਰਕੇ ਯੂਨਾਈਟਿਡ ਸਟੇਟਸ ਦੇ ਵਿੱਚ ਲੈ ਕੇ ਆਉਣ ਦੀ ਲੋੜ ਹੈਗੀ। ਬਟ ਉਸ ਤੋਂ ਪਹਿਲੇ ਕੀ ਇੰਪੈਕਟ ਅਸੀਂ ਡੈਫੀਨੇਟਲੀ ਐਕਸਪੈਕਟ ਕਰ ਸਕਦੇ ਹਾਂ ਆਪ ਦੀ ਡੇ ਟੂ ਡੇ ਲਿਵਿੰਗ ਸਟਾਈਲ 'ਤੇ, ਆਪ ਦੀ ਫੂਡ ਸਿਕਿਉਰਿਟੀ ਉੱਤੇ, ਬਿਜਲੀ ਇਨਫਰਾਸਟਰਕਚਰ, ਇਹੋ ਜਿਹੀ ਸਰਵਿਸਿਜ਼ ਉੱਤੇ। ਇਨ ਸਾਰੀ ਚੀਜ਼ਾਂ
ਨੂੰ ਸਮਝਣ ਲਈ ਤੇ ਇਹਨਾਂ ਦੇ ਬਾਰੇ ਡਿਸਕਸ਼ਨ ਕਰਨ ਲਈ ਅੱਜ ਸਾਡੇ ਨਾਲ ਐਕਸਪਰਟ ਗੈਸਟ ਜੁੜ ਰਹੇ ਹੈ। ਜੁਆਇਨਿੰਗ ਅਸ ਫਰਮ ਦ ਗ੍ਰੇਟ ਸਟੇਟ ਆਫ ਕੈਲੀਫੋਰਨੀਆ, ਗੁਰੀਤ ਬਰਾੜ ਜੀ। ਸਭ ਤੋਂ ਪਹਿਲੇ ਬਰਾੜ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਸ਼ਮੀਤਾ ਜੀ, ਬਹੁਤ ਬਹੁਤ ਧੰਨਵਾਦ। So good to have you, Gurit Brar ji। ਤੁਸੀਂ ਪਹਿਲੇ ਵੀ ਸਾਡੇ ਨਾਲ ਜੁੜ ਚੁੱਕੇ ਹੋ ਇਨ ਮੁੱਦਿਆਂ ਤੇ ਡਿਸਕਸ਼ਨ ਕਰਨ ਲਈ। ਐਜ਼ ਦੀ ਐਸੋਸੀਏਟ ਪ੍ਰੋਫੈਸਰ ਡਿਪਾਰਟਮੈਂਟ ਆਫ ਪਲਾਂਟ ਸਾਇੰਸਿਜ਼ ਐਟ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਫਰੈਜ਼ਨੋ, ਇਹ ਤੁਹਾਡਾ ਸਪੈਸੀਫਿਕ ਦਾਇਰਾ ਹੈ ਐਕਸਪਰਟੀਜ਼ ਦਾ। ਲਗਾਤਾਰ ਸਾਡੀ ਇਨ ਟੌਪਿਕਸ ਤੇ ਗੱਲ ਹੁੰਦੀ ਰਹਿੰਦੀ ਹੈ। ਤੁਸੀਂ ਨਾ ਕਿ ਸਿਰਫ ਇਹਨਾਂ ਨੂੰ ਸਟੱਡੀ ਕਰਦੇ ਹੋ, ਬਟ ਇੱਕ ਪੈਸ਼ਨ ਤੇ ਇੱਕ ਚਿੰਤਾ ਇਨ ਚੀਜ਼ਾਂ ਲਈ ਮਹਿਸੂਸ ਕਰਦੇ ਹੋ ਜੋ ਸ਼ਾਇਦ ਆਮ ਲੋਕਾਂ ਨੂੰ ਡੇ ਟੂ ਡੇ ਲੈਵਲ ਤੇ ਇੰਨੀ ਡੂੰਘੀ ਤੌਰ ਤੇ ਨਹੀਂ ਇਹਨਾਂ ਦੇ ਬਾਰੇ ਜਾਣਕਾਰੀ। ਸੋ ਆਮ ਗਲੈਡ ਕਿ ਅੱਜ ਤੁਸੀਂ ਸਾਡੇ ਨਾਲ ਜੁੜ ਕੇ ਆਪ ਦੀ ਥੋੜੀ ਜੀ ਇਨਸਾਈਟ ਤੇ ਨੌਲੇਜ ਸਾਡੇ ਵਿਊਅਰਸ ਦੇ ਨਾਲ ਸ਼ੇਅਰ ਕਰ ਸਕਦੇ ਹੋ, ਖਾਸ ਕਰਕੇ ਜਦੋਂ ਪਾਣੀ ਜਾਂ ਡਰਾਊਟ ਦੀ ਗੱਲ ਆਉਂਦੀ ਹੈ ਯੂਨਾਈਟਿਡ ਸਟੇਟਸ ਦੇ ਵਿੱਚ। ਬਿਫੋਰ ਵੀ ਗੈਟ ਇਨਟੂ ਦ ਡੀਟੇਲਸ ਆਫ ਐਵਰੀਥਿੰਗ, ਰਾਈਟ, ਅਗਰ ਅਸੀਂ ਹਾਈ ਲੈਵਲ ਦਾ ਇੱਕ ਕਮੈਂਟ ਤੁਹਾਡੇ ਤੋਂ ਲੈਣਾ ਹੋਏ ਸ਼ੁਰੂਆਤ ਦੇ ਵਿੱਚ, ਕੀ ਸਥਿਤੀ ਇਸ ਵੇਲੇ ਬਣੀ ਹੋਈ ਹੈ ਯੂਨਾਈਟਿਡ ਸਟੇਟਸ ਦੇ ਵਿੱਚ ਡਰਾਊਟ ਜਾਂ ਇਨਕਰੀਸਿੰਗ ਡਰਾਊਟ, ਪਾਣੀ ਦੀ ਕਮੀ ਨੂੰ ਲੈ ਕੇ? ਜੀ ਅਸ਼ਮੀਤਾ ਜੀ, ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਹੁਣ ਡਰਾਊਟ ਦੀ ਸਥਿਤੀ ਹੈਗੀ ਆ ਉਹਨੂੰ ਆਪਾਂ ਇੱਕ ਆਖਾਂਗੇ ਕਿ ਇਹ ਪ੍ਰੋਲੋਂਗਡ ਡਰਾਊਟ ਹੈਗਾ। ਸੋ ਹੁਣ ਅਸੀਂ ਕੈਲੀਫੋਰਨੀਆ ਦੇ ਵਿੱਚ ਲਗਾਤਾਰ ਤੀਸਰੇ ਸਾਲ ਦੇ ਵਿੱਚ ਹੈਗੇ ਆ ਡਰਾਊਟ ਦੇ ਵਿੱਚ। ਤਕਰੀਬਨ 10 ਸਾਲ ਪਹਿਲਾਂ ਅਸੀਂ ਇਹੀ 3 ਸਾਲ ਲੰਬਾ ਡਰਾਊਟ ਦਾ ਫਿਰ ਇੱਕ ਫੇਜ਼ ਵੇਖਿਆ ਸੀ 2013, 14, 15 ਦੇ ਵਿੱਚ। ਇਹ ਜਿਹੜੀਆਂ ਚੀਜ਼ਾਂ ਨੇ, ਜੇ ਮੈਂ ਇੱਕ ਕਮੈਂਟ ਦੇਣਾ ਹੋਵੇ ਤਾਂ ਇਹ ਹੈ ਕਿ ਇੱਥੇ ਅਸੀਂ ਇੱਕ ਦਿਨ ਦੇ ਵਿੱਚ ਨਹੀਂ ਪਹੁੰਚੇ ਜਾਂ ਇਹ ਰਾਤੋਂ ਰਾਤ ਇਹ ਨਹੀਂ ਹੋਇਆ। ਦੂਸਰੀ ਗੱਲ ਇਹ ਹੈ ਕਿ ਜੇ ਅਮਰੀਕਨ ਵੈਸਟ ਦੀ ਗੱਲ ਕਰੀਏ, ਵੈਸੇ ਤਾਂ ਅੱਜ ਆਪਾਂ ਦੁਨੀਆ ਭਰ ਦੇ ਵਿੱਚ ਜਿੰਨੇ ਡਰਾਊਟਸ ਨੇ ਉਹਨਾਂ ਤੋਂ ਵੀ ਗੱਲ ਸ਼ੁਰੂ ਕਰਾਂਗੇ, ਫਿਰ ਆਪਾਂ ਵੈਸਟਰਨ ਯੂਨਾਈਟਿਡ ਸਟੇਟਸ ਦੀ ਗੱਲ ਕਰਾਂਗੇ। ਜਿਹੜਾ ਵੈਸਟਰਨ ਯੂਐਸ ਹੈਗਾ ਜੀ, ਕੰਟੀਨੈਂਟਲ ਡਿਵਾਈਡ ਤੋਂ ਪੱਛਮ ਵਾਲੇ ਪਾਸੇ ਕਹਿ ਲਓ ਕਿ ਕੋਲੋਰਾਡੋ ਦਰਿਆ ਦਾ ਜਿਹੜਾ ਬੇਸਿਨ ਹੈਗਾ, ਜਿਹਦੇ ਵਿੱਚ ਯੂਟਾ, ਨਿਵਾਡਾ, 12 ਜਿਹੜੀਆਂ ਸਟੇਟਸ ਆਉਂਦੀਆਂ ਨੇ, ਉਹ ਹਮੇਸ਼ਾ ਤੋਂ ਹੀ ਇੱਕ ਰੇਗਿਸਤਾਨ ਦੀ ਨਿਆਈ ਰਿਹਾ। ਸੋ ਆਪਾਂ ਕਹਿ ਸਕਦੇ ਹਾਂ ਕਿ ਅਸੀਂ ਇੱਕ ਰੇਗਿਸਤਾਨ ਵਰਗੀ ਜਗ੍ਹਾ ਦੇ ਉੱਤੇ ਬੜਾ ਵੱਡਾ ਐਕਸਪੈਰੀਮੈਂਟ ਕੀਤਾ ਹਿਊਮਨ ਹਿਸਟਰੀ ਦੇ ਵਿੱਚ, ਜਿਹਦੇ ਵਿੱਚ ਬਹੁਤ ਸਾਰੀ ਵਸੋਂ ਅਸੀਂ ਲਿਆ ਕੇ ਵਸਾਈ ਤੇ ਬਹੁਤ ਵੱਡੇ ਪੱਧਰ ਦੀ ਖੇਤੀਬਾੜੀ ਅਸੀਂ ਲਿਆ ਕੇ ਵਸਾਈ, ਕਿਉਂਕਿ ਸਾਡੇ ਕੋਲੇ ਇਨਫਰਾਸਟਰਕਚਰ ਸੀ, ਸਾਡੇ ਕੋਲੇ ਪਾਵਰ ਸੀ ਦੁਨੀਆ ਦੇ ਆਲਾ ਦਰਜੇ ਦੇ ਇੰਜੀਨੀਅਰਿੰਗ ਪ੍ਰੋਜੈਕਟਸ ਲੈ ਕੇ ਆਉਣ ਦਾ। ਸੋ ਉਹ ਅਸੀਂ ਕੀਤੇ ਪਿਛਲੀ ਇੱਕ ਸਦੀ ਦੇ ਵਿੱਚ। ਪਰ ਕੁਦਰਤ ਜਿਹੜੀ ਹੈਗੀ ਹੈ ਉਹ ਸਾਡੇ ਨਾਲ ਖੇਡਾਂ ਖੇਡ ਰਹੀ ਹੈ, ਹਮੇਸ਼ਾ ਤੋਂ ਹੀ ਖੇਡਦੀ ਆਈ ਹੈ। ਸੋ ਹੁਣ ਵੇਖਣਾ ਇਹ ਹੈ ਕਿ ਅਸੀਂ ਉਸ ਕੁਦਰਤ ਦੇ ਨਾਲ ਆਪਣੀ ਇੰਜੀਨੀਅਰਿੰਗ ਤੇ ਆਪਣੀ ਨੌਲੇਜ ਨੂੰ ਲੈ ਕੇ ਟੱਕਰਾ ਲੈ ਸਕਦੇ ਹਾਂ ਕਿ ਅਸੀਂ ਕਿਸ ਤਰੀਕੇ ਦੇ ਨਾਲ ਅਗਲੀ ਰੂਪਰੇਖਾ ਜਿਹੜੀ ਉਹ ਤਿਆਰ ਕਰਨੀ ਹੈ। ਬਰਾੜ ਜੀ, ਤੁਸੀਂ ਆਈ ਥਿੰਕ ਬਹੁਤ ਇੱਥੇ ਲਿਬਰਟੀ ਲੈ ਰਹੇ ਹੋ ਕੁਦਰਤ ਤੇ ਇਨ ਚੀਜ਼ਾਂ ਨੂੰ ਸੌਂਪ ਕੇ, ਬਟ ਐਟ ਦੀ ਐਂਡ ਆਫ ਦ ਡੇ ਜਿਸ ਸਿਚੁਏਸ਼ਨ ਦੇ ਵਿੱਚ ਅੱਜ ਅਸੀਂ ਆਪਣੇ ਆਪ ਨੂੰ ਪਾ ਰਹੇ ਹਾਂ, ਖਾਸ ਕਰਕੇ ਯੂਨਾਈਟਿਡ ਸਟੇਟਸ ਦੀ ਅਗਰ ਅਸੀਂ ਗੱਲ ਕਰੀਏ, that is a result of human actions, right? ਕੁਝ ਇਹੋ ਜਿਹੇ ਐਕਸ਼ਨਸ ਜਿਸ ਤਰ੍ਹਾਂ ਤੁਸੀਂ ਕਿਹਾ, ਭਾਵੇਂ ਉਹ ਹਿਊਮਨ ਇੰਜੀਨੀਅਰਿੰਗ, ਭਾਵੇਂ ਉਹ ਸਾਡੀ ਗਰੋਇੰਗ ਕੈਪੀਟਲਿਜ਼ਮ, ਗਰੋਇੰਗ ਡਿਮਾਂਡਸ, ਗਰੋਇੰਗ ਪੋਪੂਲੇਸ਼ਨ, ਆਬਾਦੀ ਕਰਕੇ ਵੇਖਣ ਨੂੰ ਮਿਲ ਰਿਹਾ ਹੈ। ਬਟ ਐਟ ਦੀ ਐਂਡ ਆਫ ਦ ਡੇ ਇਹ ਹਿਊਮਨ ਐਕਸ਼ਨਸ ਕਰਕੇ ਇਹ ਜੋ ਸਿਚੁਏਸ਼ਨ ਹੈਗੀ ਡੈਫੀਨੇਟਲੀ ਵਰਸ ਹੋ ਰਹੀ ਹੈ ਤੇ ਵਰਸਨ ਹੁੰਦੀ ਰਹੇਗੀ unless we change how we treat our environment. In ਚੀਜ਼ਾਂ ਨੂੰ ਸਮਝਣ ਲਈ ਬਰਾੜ ਜੀ, we have some great statistics, graphs, information, and ਕੀ long term impact ਅਸੀਂ ਵੇਖ ਸਕਦੇ ਹਾਂ ਇਸ changing climate ਤੇ environment, ਖਾਸ ਕਰਕੇ ਪਾਣੀ ਦੀ ਕਮੀ ਨੂੰ ਲੈ ਕੇ। ਇੱਥੇ ਇੱਕ ਛੋਟੇ ਜਿਹੇ ਬ੍ਰੇਕ ਲੈਣ ਦਾ ਸਮਾਂ ਆ ਗਿਆ। ਗੁਰੀਤ ਬਰਾੜ ਜੀ, ਪਲੀਜ਼ ਕਿਤੇ ਨਾ ਜਾਓ। ਵਿਊਅਰਸ, ਤੁਸੀਂ ਵੀ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਪਾਣੀ ਦੀ ਘਾਟ ਨੂੰ ਲੈ ਕੇ ਅੱਜ ਪ੍ਰੋਗਰਾਮ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ। ਇਹ ਨਾ ਕਿ ਸਿਰਫ ਕੈਲੀਫੋਰਨੀਆ ਦਾ ਮਸਲਾ ਜਾਂ ਅਮਰੀਕਾ ਦਾ ਮਸਲਾ ਹੈ, ਇਹ ਇੱਕ ਗਲੋਬਲ ਕ੍ਰਾਈਸਿਸ ਇਸ ਵੇਲੇ ਪਾਈ ਜਾ ਰਹੀ ਹੈ। ਇਹਦੇ ਬਾਰੇ ਜਾਣਕਾਰੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਜਦੋਂ ਸਾਡੇ ਪਹਿਲੇ ਸਿੱਖ ਪੰਜਾਬੀ ਸੈਟਲਰਸ ਇੱਥੇ ਪਹੁੰਚੇ ਸੀ, ਗਦਰੀ ਬਾਬੇ ਜਿਨ੍ਹਾਂ ਦੇ ਵਿੱਚ ਮੌਜੂਦ ਸਨ, ਉਹ ਪੰਜਾਬ ਤੋਂ ਤੁਰ ਕੇ ਕੈਲੀਫੋਰਨੀਆ ਸਾਈਡ ਤੇ ਪਹੁੰਚੇ ਤੇ ਉਹਨਾਂ ਨੇ ਕੈਲੀਫੋਰਨੀਆ ਦੇ ਵਿੱਚ ਉਹੀ ਖੇਤੀਬਾੜੀ ਦਾ ਰਿਵਾਜ ਅੱਗੇ ਵਧਾਇਆ ਜੋ ਅਸੀਂ ਆਪਣੇ ਪਿਛੋਕੜ ਤੋਂ ਕਰਦੇ ਆ ਰਹੇ, ਕਿੰਨੇ ਪੁਸ਼ਤਿਆਂ ਤੋਂ ਕਰਦੇ ਆ ਰਹੇ ਹਾਂ। ਬਟ ਅੱਜ ਦੀ ਡੇਟ ਦੇ ਵਿੱਚ ਕੈਲੀਫੋਰਨੀਆ
ਜਿਹਦੀ ਇਕਨੋਮੀ, ਜਿਹਦੀ ਜੀਡੀਪੀ ਖੇਤੀਬਾੜੀ ਦੇ ਨਾਲ ਬਹੁਤ ਵੱਡੇ ਲੈਵਲ ਤੇ ਜੁੜੀ ਹੋਈ ਹੈ, ਜਿਹਦੀ ਜੀਡੀਪੀ ਇੰਨੀ ਵੱਡੀ ਹੈ, ਦੁਨੀਆ ਦੇ ਵੱਖ-ਵੱਖ ਮੁਲਕਾਂ ਤੋਂ ਵੀ ਵੱਡੀ, ਸਿਰਫ ਤਾਂ ਸਿਰਫ ਕੈਲੀਫੋਰਨੀਆ ਦੀ ਜੀਡੀਪੀ ਹੈਗੀ। ਅਕਸਰ ਇਸ ਖੇਤੀਬਾੜੀ ਦੇ ਤੁਸੀਂ ਕਹਿ ਲਓ ਫੀਲਡ ਕਰਕੇ ਅੱਜ ਉਹ ਚੀਜ਼ ਖਤਰੇ 'ਚ ਹੈ। ਇਨਫੈਕਟ ਪਿਛਲੇ ਸਾਲ ਜੋ ਡਰਾਊਟ ਕੰਡੀਸ਼ਨਸ ਸੀਗੀਆਂ ਉਹਦੇ ਕਰਕੇ ਕੈਲੀਫੋਰਨੀਆ ਦੀ ਲੋਕਲ ਐਗਰੀਕਲਚਰਲ ਇੰਡਸਟਰੀ ਨੂੰ ਜਿਹਦੇ ਵਿੱਚ ਲਗਭਗ 9 ਮਿਲੀਅਨ ਏਕਰਸ ਇਰੀਗੇਟਿਡ ਲੈਂਡ ਹੈਗਾ, ਉਹਨੂੰ 1.7 ਬਿਲੀਅਨ ਦਾ ਨੁਕਸਾਨ ਹੋਇਆ ਪਾਣੀ ਦੀ ਕਮੀ ਕਰਕੇ। ਸੋ ਜਦੋਂ ਅਸੀਂ ਇਸ ਗਰੋਇੰਗ ਵਾਟਰ ਕ੍ਰਾਈਸਿਸ ਦੀ ਗੱਲ ਕਰਦੇ ਹਾਂ, ਅਗਰ ਤੁਸੀਂ ਛੋਟੇ ਤੋਂ ਛੋਟੇ ਲੈਵਲ ਤੋਂ ਵੀ ਸ਼ੁਰੂ ਕਰੋ, ਕੈਲੀਫੋਰਨੀਆ ਤੋਂ ਸ਼ੁਰੂ ਕਰੋ, ਇਹਦਾ ਇੰਪੈਕਟ ਬਹੁਤ ਵੱਡੇ ਲੈਵਲ ਤੇ ਪਾਇਆ ਜਾਂਦਾ ਹੈ। ਬਟ ਕੈਲੀਫੋਰਨੀਆ ਤੋਂ ਲੈ ਕੇ ਯੂਨਾਈਟਿਡ ਸਟੇਟਸ ਤੋਂ ਲੈ ਕੇ ਇਨਫੈਕਟ ਇੱਕ ਗਲੋਬਲ ਲੈਵਲ ਤੇ ਇਹ ਕ੍ਰਾਈਸਿਸ ਵੱਧ ਰਹੀ ਹੈ ਦਿਨ ਬਰ ਦਿਨ। ਇਹਨੂੰ ਸਮਝਣ ਲਈ ਸਾਡੇ ਨਾਲ ਜੁੜੇ ਹਨ ਐਸੋਸੀਏਟ ਪ੍ਰੋਫੈਸਰ ਡਿਪਾਰਟਮੈਂਟ ਆਫ ਪਲਾਂਟ ਸਾਇੰਸਿਸ ਫਰਮ California State University, Fresno, Greet Bararji, ਇੱਕ ਵਾਰੀ ਫਿਰ good to have you as always. ਬਰਾੜ ਜੀ, ਤੁਸੀਂ ਸਾਨੂੰ ਇੱਕ ਨੈਸ਼ਨਲ ਲੈਵਲ ਦੀ ਪਿਕਚਰ ਦਿਖਾਈ ਸੀ ਕਿ ਕਿਸ ਤਰ੍ਹਾਂ ਅਮਰੀਕਨ ਵੈਸਟ ਸਾਈਡ ਤੇ ਕਿਸ ਤਰ੍ਹਾਂ ਇਹ ਕੰਡੀਸ਼ਨਸ ਦਿਨ ਬਰ ਦਿਨ ਹੋਰ ਖਰਾਬ ਹੋ ਰਹੀਆਂ ਜਦੋਂ ਅਸੀਂ ਪਾਣੀ ਦੀ ਗੱਲ ਕਰਦੇ ਹਾਂ, ਡਰਾਊਟ ਦੀ ਗੱਲ ਕਰਦੇ ਹਾਂ। ਲੈਟਸ ਸਟਾਰਟ ਵਿਦ ਕੈਲੀਫੋਰਨੀਆ though, ਜੋ ਤੁਹਾਡੀ ਏਰੀਆ ਆਫ ਐਕਸਪਰਟੀਜ਼ ਹੈਗੇ, ਬਿਫੋਰ ਵੀ broaden the scope of our conversation. ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਜਦੋਂ ਅਸੀਂ ਇਸੇ ਗਰੋਇੰਗ ਟਰੈਕ ਰੈਕਡ ਦੀ ਗੱਲ ਕਰਦੇ ਹਾਂ, ਤੁਸੀਂ ਕਹਿ ਰਹੇ ਸੀ ਕਿ ਪਿਛਲੇ 3 ਸਾਲਾਂ ਤੋਂ ਡਰਾਊਟ ਕੰਡੀਸ਼ਨਸ ਚੱਲ ਰਹੀਆਂ। Tell us a little bit about the agricultural and the drought conditions in California today. ਜੀ ਅਸ਼ਮਿਤਾ ਜੀ, ਜਿਹੜੀ ਤੁਸੀਂ ਮੈਂ ਪਹਿਲਾਂ ਇੱਕ ਕਮੈਂਟ ਜਿਹੜਾ ਮੈਂ ਕਿਹਾ ਸੀਗਾ ਕਿ ਕੁਦਰਤ ਦੀ ਗੱਲ ਜਿਹੜੀ ਹੈ, ਮੈਂ ਉਹਦੇ ਉੱਤੇ ਥੋੜਾ ਜਿਹਾ ਐਕਸਪਲੇਨ ਕਰ ਦਿਆਂ ਕਿ ਮੈਂ ਇਹ ਨਹੀਂ ਕਿ ਆਪਾਂ ਹਿਊਮਨ ਐਕਟੀਵਿਟੀ ਨੂੰ ਉਹਦੇ ਚੋਂ ਬਰੀ ਕਰ ਰਹੇ ਹਾਂ, ਸਗੋਂ ਉਲਟ ਹੈ ਕਿ ਅਸੀਂ ਇਹ ਜ਼ਿੰਮੇਵਾਰੀ ਇਸ ਚੀਜ਼ ਦੇ ਉੱਤੇ ਸੁੱਟ ਰਹੇ ਹਾਂ ਕਿ ਜਿਹੜਾ ਅਸੀਂ ਸਭ ਤੋਂ ਵੱਡਾ ਐਕਸਪੈਰੀਮੈਂਟ ਕੀਤਾ ਰੀਸੈਂਟ ਹਿਸਟਰੀ ਦੇ ਵਿੱਚ, ਉਹ ਅਸੀਂ ਕੁਦਰਤ ਦੇ ਅਗੇਂਸਟ ਜਾ ਕੇ ਕੀਤਾ। ਮੇਰਾ ਕਹਿਣ ਦਾ ਭਾਵ ਇਹ ਸੀਗਾ ਕਿਉਂਕਿ ਇਹ ਆਲਰੇਡੀ ਜਿਹੜਾ ਵੈਸਟਰਨ ਯੂਨਾਈਟਿਡ ਸਟੇਟਸ ਹੈ, ਇੱਥੇ ਇੰਨੀ ਜ਼ਿਆਦਾ ਪਾਪੂਲੇਸ਼ਨ ਜਿਹੜੀ ਆ ਕੇ ਵਸੀ ਹੈ, ਤੇ ਜਿਹੜੇ ਅਸੀਂ ਮੈਨ ਮੇਡ ਇੰਜੀਨੀਅਰਿੰਗ ਸਟਰਕਚਰਸ ਬਣਾਏ ਨੇ ਕੋਲੋਰਾਡੋ ਰਿਵਰ ਨੂੰ ਡਾਈਵਰਟ ਕਰਕੇ, ਸੋ ਉਹਨਾਂ ਦਾ ਕਿਤੇ ਨਾ ਕਿਤੇ ਜਿਹੜਾ ਅਸਰ ਉਹ ਦਿਖਣਾ ਸੀਗਾ। ਦੂਸਰੀ ਗੱਲ ਇਹ ਹੈ ਕਿ ਹੁਣ ਆਪਾਂ ਗੱਲ ਕਰੀਏ ਜਿਹੜੀ ਕਾਰਨਾਂ ਦੀ, ਜਾਂ ਤੁਸੀਂ ਕਲਾਈਮੇਟ ਚੇਂਜ ਦੀ ਜਾਂ ਗਲੋਬਲ ਵਾਰਮਿੰਗ ਵੱਲ ਇਸ਼ਾਰਾ ਕੀਤਾ, ਮੈਂ ਕੈਲੀਫੋਰਨੀਆ ਦੇ ਵੱਲ ਵੀ ਆਉਣਾ, ਪਰ ਜਦੋਂ ਤੋਂ ਇੰਡਸਟਰੀਅਲਾਈਜੇਸ਼ਨ ਸ਼ੁਰੂ ਹੋਈ 1850 ਤੋਂ ਲੈ ਕੇ ਹੁਣ ਤੱਕ 2.25 ਡਿਗਰੀ ਫਾਰਨਹਾਈਟ ਜਿਹੜਾ ਟੈਂਪਰੇਚਰ ਆ ਉਹ ਰਾਈਜ਼ ਹੋ ਚੁੱਕਿਆ ਗਲੋਬਲ ਟੈਂਪਰੇਚਰ। ਸੋ ਉਹਦੇ ਜਿਹੜੇ ਕਿਤੇ ਨਾ ਕਿਤੇ ਇਫੈਕਟ ਸਾਨੂੰ ਦਿਖ ਰਹੇ ਨੇ, ਖਾਸ ਤੌਰ ਉੱਤੇ ਕੈਲੀਫੋਰਨੀਆ ਦੇ ਵਿੱਚ, ਕਿਉਂਕਿ ਕੈਲੀਫੋਰਨੀਆ ਦੀ ਜਿਹੜੀ ਇਕੋਲੋਜੀ ਹੈਗੀ ਹੈ ਉਹ ਹਮੇਸ਼ਾ ਤੋਂ ਹੀ ਲੰਬੀਆਂ ਔੜਾਂ ਦਾ ਸਾਹਮਣਾ ਕਰਦੀ ਰਹੀ ਹੈ। ਬਲਕਿ ਸਭ ਤੋਂ ਜਿਹੜਾ ਲੰਬਾ ਸੋਕਾ ਸੀਗਾ, ਲੰਬੀ ਔੜ ਸੀਗੀ 200 ਸਾਲਾ ਔੜ, ਉਹ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਰੁੱਖਾਂ ਤੋਂ ਅੰਦਾਜ਼ਾ ਲਗਾਇਆ ਗਿਆ ਕਿ ਉਹ 900 ਤੋਂ ਲੈ ਕੇ 1100 ਜਿਹੜਾ ਸਨ ਸੀਗਾ ਜੀ ਈਸਵੀ, ਉਹਦੇ ਵਿੱਚ ਹੋਈ ਸੀ। ਸਾਰੇ ਕੈਲੀਫੋਰਨੀਆ ਜੀ ਅਮਰੀਕਾ ਦਾ ਜਿਹੜਾ ਵੈਸਟ ਕੋਸਟ ਹੈ ਤੇ ਮੈਕਸੀਕੋ, ਜਿੱਥੇ ਐਜ਼ਟੈਕ ਤੇ ਮਾਇਨ ਸਭਿਅਤਾਵਾਂ ਉਸ ਲੰਬੀ 200 ਸਾਲ ਲੰਬੀ ਔੜ ਦੇ ਵਿੱਚ ਉਹ ਤਬਾਹ ਹੋ ਗਈਆਂ ਔੜ ਦੇ ਕਾਰਨ ਕਰਕੇ। ਸੋ ਅਸਲ ਦੇ ਵਿੱਚ ਜਿਹੜੀ 20ਵੀਂ ਸਦੀ ਹੈ ਉਹ ਕੈਲੀਫੋਰਨੀਆ ਦੇ ਰਿਕਾਰਡਡ ਇਤਿਹਾਸ ਦੇ ਵਿੱਚ ਸਭ ਤੋਂ ਵੈਟ, ਸਭ ਤੋਂ ਵੱਧ ਪਾਣੀ ਵਾਲੀ ਸਦੀ ਰਹੀ ਹੈ। ਤੁਸੀਂ ਇਸ ਗੱਲ ਨੂੰ ਸੁਣ ਕੇ ਹੈਰਾਨ ਹੋਵੋਗੇ, ਪਰ ਗੱਲ ਇਹ ਹੈ ਕਿ 20ਵੀਂ ਸਦੀ ਦੇ ਵਿੱਚ ਅਸੀਂ ਉਹਨਾਂ ਕੁਦਰਤੀ ਵਸੀਲਿਆਂ ਦੇ ਉੱਤੇ ਇੰਨਾ ਜ਼ਿਆਦਾ ਬੋਝ ਪਾ ਦਿੱਤਾ, ਸਾਰੀਆਂ ਆਪਣੇ ਵਸੋਂ ਦੇ ਨਾਲ, ਖੇਤੀਬਾੜੀ ਦੇ ਨਾਲ, ਈਵਨ ਜਿਹੜੀਆਂ এনवायरमेंटल ਸਾਡੀਆਂ ਲੋੜਾਂ ਨੇ, ਜਿਹਦਾ ਕਿ ਸਭ ਤੋਂ ਵੱਡਾ ਹਿੱਸਾ ਕੈਲੀਫੋਰਨੀਆ ਦੇ ਪਾਣੀ ਦੀ ਵਰਤੋਂ ਕਰਦਾ ਹੈ। ਸੋ ਉਹਨਾਂ ਸਾਰੀਆਂ ਲੋੜਾਂ ਨੂੰ ਲੈ ਕੇ ਅਸੀਂ ਇੰਨਾ ਜ਼ਿਆਦਾ ਪ੍ਰੈਸ਼ਰ ਜਿਹੜਾ ਸਾਡੇ ਰਿਸੋਰਸਿਸ ਦੇ ਉੱਤੇ ਆਇਆ। ਕੈਲੀਫੋਰਨੀਆ ਦੀ ਜੇ ਗੱਲ ਕਰੀਏ ਤਾਂ ਕੈਲੀਫੋਰਨੀਆ ਦੇ ਰੈਜ਼ਰਵਾਇਰ, ਮੈਂ ਕੱਲ ਰਾਤ ਦੇਖ ਰਿਹਾ ਸੀਗਾ ਅਪਡੇਟ ਉਹਨਾਂ ਦੀ, ਤਕਰੀਬਨ ਜਿਹੜੇ ਜਿਵੇਂ ਸ਼ਾਸਤਾ ਡੈਮ ਤੇ ਓਰੋਵਿਲ ਡੈਮ ਦੇ ਮਗਰਲੇ ਰੈਜ਼ਰਵਾਇਰ ਨੇ, ਉਹ ਆਪਣੀ ਫੁੱਲ ਕਪੈਸਿਟੀ ਦਾ 26 ਤੋਂ 40% ਦੇ ਵਿੱਚ ਹੈਗੇ ਨੇ। ਸੋ ਤਕਰੀਬਨ 50 ਤੋਂ 60% ਜਿਹੜੀ ਉਹ ਆਪਣੀ ਹਿਸਟੋਰੀਕਲ ਐਵਰੇਜ ਦਾ ਪਾਣੀ ਉਹਨਾਂ ਦੇ ਵਿੱਚ ਇਸ ਵਕਤ ਮੌਜੂਦ ਹੈ। ਸੋ ਜਿਹੜੀ ਸਭ ਤੋਂ ਵੱਡੀ ਸਿੱਧੀ ਪ੍ਰੋਬਲਮ ਹੈਗੀ ਹੈ ਜੀ, ਕਿਉਂਕਿ ਕਲਾਈਮੇਟ ਚੇਂਜ ਕਰਕੇ ਜਾਂ ਗਲੋਬਲ ਵਾਰਮਿੰਗ ਦੇ ਕਰਕੇ ਸਾਡਾ ਸਨੋ ਪੈਕ ਹੈ ਜਿਹੜਾ ਪਹਾੜਾਂ ਦੇ ਉੱਤੇ ਜਿਹੜੀ ਬਰਫ਼ ਜਮ੍ਹਾਂ ਹੁੰਦੀ ਹੈ,
ਤੇ ਉਹ ਬਰਫ਼ ਫਿਰ ਗਰਮੀਆਂ ਦੇ ਵਿੱਚ ਪਿਘਲ ਕੇ ਆਉਂਦੀ ਹੈ, ਸਾਨੂੰ ਸਾਡੇ ਵਸੀਲਿਆਂ ਦੇ ਤੌਰ ਦੇ ਉੱਤੇ ਵਰਤਣ ਨੂੰ ਮਿਲਦੀ ਹੈ। ਉਹ ਸਨੋ ਪੈਕ ਸਾਡਾ ਘਟਦਾ ਜਾ ਰਿਹਾ ਜੀ ਸਾਲ ਦਰ ਸਾਲ। ਮੀਂਹਾਂ ਨਾਲੋਂ ਜ਼ਿਆਦਾ ਸਾਨੂੰ ਕੈਲੀਫੋਰਨੀਆ ਦੇ ਵਿੱਚ ਸਨੋ ਪੈਕ ਦੀ ਲੋੜ ਹੁੰਦੀ ਹੈ, ਕਿਉਂਕਿ ਸਨੋ ਪੈਕ ਇੱਕ ਬਹੁਤ ਵੱਡਾ ਰਿਜ਼ਰਵੋਇਰ ਆਪਣੇ ਆਪ ਦੇ ਵਿੱਚ। ਦੂਜੀ ਜਿਹੜੀ ਇਨਫਰਾਸਟ੍ਰਕਚਰ ਦੀ ਪ੍ਰੋਬਲਮ ਹੈ, ਅਸੀਂ ਅਕਸਰ ਗੱਲ ਕਰਦੇ ਹਾਂ ਕਿ ਸਾਡੇ ਕੋਲ ਇਨਫਰਾਸਟ੍ਰਕਚਰ ਨਹੀਂ ਹੈ, ਹਾਲਾਂਕਿ ਕੈਲੀਫੋਰਨੀਆ ਦੇ ਵਿੱਚ ਛੋਟੇ ਵੱਡੇ ਕੁੱਲ ਮਿਲਾ ਕੇ 1400 ਡੈਮ ਨੇ। ਉਹਨਾਂ 1400 ਡੈਮਸ ਦੇ ਪਿੱਛੇ ਵੀ ਅਸੀਂ ਇੰਨਾ ਪਾਣੀ ਜਮ੍ਹਾਂ ਨਹੀਂ ਕਰ ਸਕਦੇ ਜਿੰਨੀ ਕਿ ਸਾਡੀ ਲੋੜ ਹੈ। ਉਹ ਕਰ ਵੀ ਨਹੀਂ ਹੋਣਾ, ਕਿਉਂਕਿ ਜਿਹੜਾ ਕੁਦਰਤੀ ਰਿਜ਼ਰਵੋਇਰ ਹੈ ਸਨੋ ਪੈਕ ਹੈ ਜਿਹੜਾ, ਉਹ ਸਭ ਤੋਂ ਵੱਡਾ ਯੋਗਦਾਨ ਉਹ ਪਾਊਗਾ। ਸੋ ਇਸੇ ਕਰਕੇ ਜਿਹੜਾ ਸਭ ਤੋਂ ਵੱਧ ਬੋਝ ਆ ਰਿਹਾ ਹੈ ਉਹ ਆ ਰਿਹਾ ਹੈ ਗਰਾਊਂਡ ਵਾਟਰ ਦੇ ਉੱਤੇ। ਸੋ ਅਸੀਂ ਗਰਾਊਂਡ ਵਾਟਰ ਦੀ ਪੰਪਿੰਗ ਪਿਛਲੇ ਸਾਲ 100 ਸਾਲ ਤੋਂ ਕਰ ਰਹੇ ਹਾਂ, ਔਰ ਗਰਾਊਂਡ ਵਾਟਰ ਪੰਪਿੰਗ ਨੇ ਸਾਡੇ ਜਿਹੜੀ ਡੈਜ਼ਰਟੀਫਿਕੇਸ਼ਨ ਹੈ, ਖਾਸ ਤੌਰ ਦੇ ਉੱਤੇ ਹਜੇ ਅਸੀਂ ਸਾਲਟਸ ਦੀ ਗੱਲ ਤਾਂ ਆਪਾਂ ਕੀਤੀ ਨਹੀਂ, ਜਿਹੜੇ ਜ਼ਮੀਨ ਦੇ ਵਿੱਚ ਲੂਣ ਸ਼ਾਮਲ ਹੋ ਰਹੇ ਨੇ ਜੀ, ਉਹ ਵੀ ਡੈਜ਼ਰਟੀਫਿਕੇਸ਼ਨ ਦੇ ਵਿੱਚ ਹਿੱਸਾ ਪਾ ਰਹੇ ਨੇ। ਉਹਦੇ ਨਾਲ ਨਾਲ ਜਿਹੜੀ ਆਪਾਂ ਗਲੋਬਲ ਵਾਰਮਿੰਗ ਦੀ ਗੱਲ ਕਰੀਏ ਤਾਂ ਐਵਰੇਜ ਟੈਂਪਰੇਚਰ ਹੈ ਜਿਹੜੇ, ਉਹ ਜਿਵੇਂ ਜਿਵੇਂ ਵੱਧਦੇ ਆ ਉਵੇਂ ਉਵੇਂ ਸੋਕਾ, ਉਵੇਂ ਉਵੇਂ ਪਾਣੀ ਦੀ ਥੋੜਾ ਜਿਹੜੀ, ਉਹ ਮੈਂ ਅੱਗੇ ਕਾਰਨ ਦੱਸੂਗਾ ਵੀ ਉਹ ਕਿਹੜੇ ਕਿਹੜੇ ਕਾਰਨ ਨੇ ਜਦੋਂ ਗਲੋਬਲ ਟੈਂਪਰੇਚਰ ਵੱਧਦੇ ਆ ਤਾਂ ਉਹ ਕਿਹੜੇ ਕਿਹੜੇ ਕਾਰਨਾਂ ਦੇ ਕਰਕੇ ਸੋਕਾ ਆਉਂਦਾ। ਸੋ ਇਹ ਸਾਰੇ ਕਾਰਨ ਨੇ ਜੀ। ਜੀ ਬਰਾੜ ਜੀ, ਤੁਸੀਂ ਇਸ ਜੋ ਗਰਾਊਂਡ ਵਾਟਰ ਦਾ ਜ਼ਿਕਰ ਕੀਤਾ ਹੈ, ਮੈਂ ਇਹਦੇ ਬਾਰੇ ਥੋੜੀ ਜਿਹੀ ਹੋਰ ਜਾਣਕਾਰੀ ਤੁਹਾਡੇ ਲੈਣਾ ਚਾਹੁੰਦੀ ਹਾਂ, ਬਿਕੋਜ਼ ਇਸ ਕਨਸੈਪਟ ਦੇ ਨਾਲ ਸਾਡੇ ਦਰਸ਼ਕ ਬਹੁਤ ਫੈਮਿਲੀਅਰ ਹਨ। ਪੰਜਾਬ ਦੇ ਵਿੱਚ ਅਸੀਂ ਅਕਸਰ ਇਨ ਚੀਜ਼ਾਂ ਬਾਰੇ ਗੱਲਾਂ ਸੁਣਦੇ ਰਹਿੰਦੇ ਹਾਂ ਕਿ ਕਿਸ ਤਰ੍ਹਾਂ ਡਿਗਿੰਗ ਹੋਰ ਡੀਪਰ ਕਰਨੀ ਪੈ ਰਹੀ ਹੈ, ਉਹਦੇ ਨਾਲ ਹੋਰ ਰੇਗਿਸਤਾਨ ਤੱਕ ਛੇਤੀ ਅਸੀਂ ਆਪਣੇ ਆਪ ਨੂੰ ਲੈ ਕੇ ਜਾ ਰਹੇ ਹਾਂ। ਸੇਮ ਚੀਜ਼ ਕੈਲੀਫੋਰਨੀਆ ਦੇ ਵਿੱਚ ਹੋ ਰਹੀ ਹੈ। ਇਨਫੈਕਟ ਅੱਜ ਦੀ ਡੇਟ ਦੇ ਵਿੱਚ ਜੋ ਐਗਰੀਕਲਚਰ ਦੇ ਨਾਲ ਜੁੜੇ ਹੋਏ, ਪੁਰਾਣੇ ਸਮੇਂ ਤੋਂ ਵੀ ਐਗਰੀਕਲਚਰ ਨਾਲ ਵੱਡੇ ਲੈਵਲ 'ਤੇ ਜੁੜੇ ਹੋਏ ਲੋਕੀ ਅਤੇ ਸੰਸਥਾਵਾਂ ਹਨ, ਉਹਨਾਂ ਦੇ ਵੀ ਵਾਟਰ ਲਿਮਿਟੇਸ਼ਨਸ ਪਲੇਸ ਕੀਤੀਆਂ ਜਾ ਰਹੀਆਂ। ਇਸ ਸਾਲ ਹੋਰ ਸਾਨੂੰ ਸੀਨੀਅਰ ਜਿਨ੍ਹਾਂ ਦੇ ਕੋਲ ਵਾਟਰ ਰਾਈਟਸ ਹੈਗੇ ਉਹਨਾਂ 'ਤੇ ਵੀ ਪਾਬੰਦੀਆਂ ਲਾਈ ਗਈਆਂ। ਕੀ ਤੁਹਾਨੂੰ ਲੱਗਦਾ ਹੈ ਕਿ ਇਨ ਚੀਜ਼ਾਂ ਦੇ ਨਾਲ ਵਾਟਰ ਕੱਟਸ ਕਰਕੇ ਕੋਈ ਹੱਲ ਹੋ ਸਕਦਾ ਹੈ, ਔਰ ਯੂ ਡੋਂਟ ਥਿੰਕ ਦੈਟ ਦਿਸ ਵਿਲ ਬੀ ਇਨਫ? ਜੀ, ਮੈਂ ਤੁਹਾਨੂੰ ਇਸ ਗੱਲ ਦਾ ਜਵਾਬ ਦੇਣ ਦੇ ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਇਹ ਦੱਸੂਗਾ ਕਿ ਕੈਲੀਫੋਰਨੀਆ ਦੀ ਜੇ ਗੱਲ ਕਰੀਏ ਤਾਂ ਕੈਲੀਫੋਰਨੀਆ ਦਾ ਜਿੰਨਾ ਕੁੱਲ ਮੌਜੂਦਾ ਪਾਣੀ ਹੈਗਾ ਉਹਦਾ ਸਪਲਿਟ ਰਫਲੀ ਕਿੰਨਾ ਹੈਗਾ। ਮੋਟੇ ਤੌਰ ਦੇ ਉੱਤੇ ਜਿੰਨਾ ਵੀ ਸਾਡੇ ਕੋਲੇ ਪਾਣੀ ਉਪਲਬਧ ਹੈਗਾ ਕੈਲੀਫੋਰਨੀਆ ਦੇ ਵਿੱਚ, ਉਹਦਾ 50% ਪਾਣੀ, ਅੱਧਾ ਪਾਣੀ ਹੈ ਜਿਹੜਾ, ਉਹ ਸਾਡਾ ਇਨਵਾਇਰਨਮੈਂਟ ਤੇ ਇਕੋਲੋਜੀਕਲ ਬੈਲੈਂਸ ਨੂੰ ਬਣਾਈ ਰੱਖਣ ਦੇ ਵਿੱਚ ਉਹ ਵਰਤਿਆ ਜਾਂਦਾ ਜੀ। ਸੋ ਅੱਧਾ ਪਾਣੀ ਅਸੀਂ ਕਹਿਣ ਤੋਂ ਭਾਵ ਵੀ ਕੁਦਰਤੀ ਦਰਿਆਵਾਂ 'ਚ ਵਗਦਾ ਰਹਿਣਾ, ਕੁਦਰਤੀ ਝੀਲਾਂ ਦੇ ਵਿੱਚ ਵੀ ਰਹਿਣਾ ਹੈ, ਉੱਥੇ ਹੋਰ ਮੱਛੀਆਂ, ਜੀਵ ਜੰਤੂ, ਵਾਈਲਡ ਲਾਈਫ ਨੂੰ ਸਪੋਰਟ ਕਰਨਾ ਹੈ, ਰੀਕ੍ਰੀਏਸ਼ਨ ਵੀ ਉਹਦੇ ਵਿੱਚ ਆ ਜਾਂਦੀ ਹੈ ਜੀ। ਤੇ ਉਹ ਜਿਹੜਾ ਇਕੋਲੋਜੀਕਲ ਬੈਲੈਂਸ ਹੈਗਾ ਉਹਨੂੰ ਬਣਾਈ ਰੱਖਣ ਵਾਸਤੇ ਕੁੱਲ ਪਾਣੀ ਦਾ 50% ਪਾਣੀ ਹੈ ਜਿਹੜਾ ਉਹ ਉੱਥੇ ਵਰਤਿਆ ਜਾਂਦਾ ਜੀ। ਉਸ ਜਿਹੜਾ ਪਾਣੀ 50% ਪਾਣੀ ਦੇ ਅਗਲਾ ਜਿਹੜਾ ਅੱਧਾ ਪਾਣੀ ਹੈਗਾ এনवायरमेंट ਦਾ, ਉਹ ਅੱਧਾ ਪਾਣੀ ਤਾਂ ਆਪਣੇ ਜਿਹੜਾ ਉੱਤਰੀ ਕੈਲੀਫੋਰਨੀਆ ਜਿਹੜਾ ਨਾਰਥ ਕੋਸਟ ਹੈ, ਉਹ ਦਰਿਆਵਾਂ ਦੇ ਵਿੱਚੋਂ ਉੱਪਰਲੀਆਂ ਕਾਉਂਟੀ ਜਿਹੜੀਆਂ ਔਰੀਗਨ ਦੇ ਨਾਲ ਨੇ ਉਹਨਾਂ ਤੋਂ ਰੁੜ ਕੇ ਜਿਹੜਾ ਉਧਰੋਂ ਦਰਿਆਵਾਂ ਰਾਹੀਂ ਨਾਰਥ ਕੋਸਟ ਦੇ ਵਿੱਚ ਹੀ ਚਲਾ ਜਾਂਦਾ। ਸੋ ਉਸ ਪਾਣੀ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜੇ ਆਪਾਂ ਇਹ ਵੀ ਕਹਿ ਲੈਂਦੇ ਕਿ ਉਹਨੂੰ ਆਪਾਂ এনवायरमेंट ਤੋਂ ਕੱਢ ਕੇ ਕਿਸੇ ਇੱਧਰ ਨੂੰ ਲੈ ਕੇ ਆਉਣਾ, ਤਾਂ ਉਹ ਬਹੁਤ ਵੱਡਾ ਇਨਫਰਾਸਟ੍ਰਕਚਰ ਉਹਦੇ ਲਈ ਚਾਹੀਦਾ। ਸੋ ਉਹ ਤਾਂ ਕੁਦਰਤੀ ਤੌਰ ਦੇ ਉੱਤੇ ਉਧਰ ਪਾਣੀ ਉਹ ਵੱਜਿਆ ਹੋਇਆ। ਬਾਕੀ ਦਾ ਜਿਹੜਾ 50% ਬਚਦਾ ਜੀ, ਉਹਦੇ ਵਿੱਚੋਂ ਜਿਹੜਾ 40% ਤੇ 10% ਦਾ ਸਪਲਿਟ ਹੈਗਾ ਜੀ ਖੇਤੀਬਾੜੀ ਦਾ ਤੇ ਘਰੇਲੂ ਜਾਂ ਅਰਬਨ ਜਿਹੜੀ ਵਸੋਂ ਹੈਗੀ ਹੈ ਉਹਦੀ ਵਰਤੋਂ ਦਾ। ਸੋ ਜੇ ਦੇਖੀਏ ਤਾਂ ਕੁੱਲ ਮਿਲਾ ਕੇ ਸਾਡੀ ਜਿਹੜੀ ਅਰਬਨ ਵਸੋਂ ਹੈਗੀ ਆ ਉਹ ਕੈਲੀਫੋਰਨੀਆ ਦੇ ਕੁੱਲ ਪਾਣੀ ਦਾ 10% ਹਿੱਸਾ ਵਰਤਦੀ ਹੈ, ਤੇ ਖੇਤੀਬਾੜੀ ਜਿਹੜੀ ਉਹ ਕੁੱਲ ਪਾਣੀ ਦਾ 40% ਹਿੱਸਾ ਵਰਤਦੀ ਹੈ। ਸੋ ਇਹ ਦੋ ਮੇਜਰ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਅਸੀਂ ਇਹ ਸੋਚਦੇ ਆਏ ਹਾਂ ਕਿ ਥੋੜੀ ਬਹੁਤੀ ਕਟੌਤੀ ਹੈ ਜਿਹੜੀ ਅਸੀਂ ਲਾ ਸਕਦੇ ਹਾਂ। ਹੁਣ ਉਹਦੇ ਵਿੱਚ ਇਹ ਹੈ ਕਿ ਖੇਤੀਬਾੜੀ ਦੇ ਵਿੱਚ ਅਸੀਂ ਆਲਰੇਡੀ ਸੋਚਣਾ ਸ਼ੁਰੂ ਕਰ ਦਿੱਤਾ ਹੈ ਕਿ ਕੁਝ ਲੈਂਡ ਹੈ ਜਿਹੜੀ ਖਾਸ ਤੌਰ ਦੇ ਉੱਤੇ ਵੈਸਟ ਸਾਈਡ ਹੈ ਜਿਹੜਾ ਇੰਟਰਸਟੇਟ 5 ਦੇ ਨਾਲ, ਉਹਦੇ ਵਿੱਚੋਂ ਕਾਫੀ ਹੱਦ ਤੱਕ ਲੈਂਡ ਹੈ ਉਹ ਖੇਤੀਬਾੜੀ ਤੋਂ ਬਾਹਰ ਵਾਪਸ ਕੁਦਰਤੀ ਰੱਖਾਂ ਦੇ ਵੱਲ ਸਾਨੂੰ ਲਿਜਾਣੀ ਪੈਣੀ ਹੈ। ਜਿਹੜੀ ਅਰਬਨ ਵਸੋਂ ਹੈ ਉਹਦੇ ਵਿੱਚ ਵੀ ਇਹ ਹੈ ਕਿ ਅਰਬਨ ਵਸੋਂ ਲਗਾਤਾਰ ਪਿਛਲੇ 30 ਸਾਲ ਦਾ ਜੇ ਡਾਟਾ ਦੇਖੀਏ ਤਾਂ ਅਰਬਨ ਵਸੋਂ ਦੀ ਲੋੜ ਹੈ ਜਿਹੜੀ ਜਾਂ ਵਰਤੋਂ ਆ ਉਹ ਘਟਦੀ ਜਾ ਰਹੀ ਹੈ ਇਨਫੈਕਟ। ਪਰ ਸਾਡੀ ਵਸੋਂ ਹੀ ਇੰਨੀ ਜ਼ਿਆਦਾ ਵੱਧ ਰਹੀ ਹੈ, 40 ਮਿਲੀਅਨ ਤੋਂ ਜ਼ਿਆਦਾ ਲੋਕ ਹੋ ਗਏ ਨੇ।
ਸੋ ਉਹ ਉਨੀ ਵਸੋਂ ਨੂੰ ਸਪੋਰਟ ਕਰਨ ਦੇ ਲਈ ਉਹ ਜਿਹੜੀਆਂ ਕਟੌਤੀਆਂ ਨੇ ਉਹ ਹਾਲੇ ਤੱਕ ਕਾਰਗਰ ਸਾਬਤ ਨਹੀਂ ਹੋ ਰਹੀਆਂ। ਸੋ ਇਸ ਕਰਕੇ ਸਾਨੂੰ ਖੇਤੀਬਾੜੀ ਦੇ ਵਿੱਚ ਵੀ ਐਫੀਸ਼ੀਐਂਸੀ ਵਧਾਉਣ ਦੀ ਲੋੜ ਹੈ, ਸਾਨੂੰ ਟੈਕਨੋਲੋਜੀ ਲੈ ਕੇ ਆਉਣ ਦੀ ਲੋੜ ਹੈ। ਕੁਝ ਹੱਦ ਤੱਕ ਸਾਨੂੰ ਜਿਹੜੀ ਲੈਂਡ ਹੈਗੀ ਹੈ, ਜਿਹੜੀ ਖੇਤੀਬਾੜੀ ਦੇ ਵਿੱਚ ਅਸੀਂ ਨਹੀਂ ਸਸਟੇਨੇਬਲ ਹੋ ਸਕਦੀ, ਕਿਉਂਕਿ ਉੱਥੇ ਬਹੁਤ ਜ਼ਿਆਦਾ ਸਾਲਟਸ ਨੇ। ਇਰੀਗੇਟਡ ਐਗਰੀਕਲਚਰ ਹੈ ਜਿਹੜੀ, ਉਹ ਹੋਰ ਜ਼ਿਆਦਾ ਸਾਲਟਸ ਲੈ ਆਉਂਦੀ ਹੈ। ਜੀ ਬਹੁਤ ਸਾਰੀਆਂ ਥਾਵਾਂ ਇਦਾਂ ਦੀਆਂ ਨੇ ਜਿੱਥੇ ਅਮ, ਬਹੁਤ ਜ਼ੋਰ ਲਾ ਕੇ ਤੁਸੀਂ ਕੁਦਰਤੀ ਪਾਣੀ ਨੂੰ ਲਿਜਾ ਕੇ ਉਨੀ ਪ੍ਰੋਡਕਟਿਵਿਟੀ ਨਹੀਂ ਲਿਆ ਸਕਦੇ। ਸੋ ਉਹ ਸਾਨੂੰ ਫੈਲੋ ਵੀ ਛੱਡਣੀਆਂ ਪੈਣੀਆਂ ਨੇ। ਸੋ ਇਹਨਾਂ ਤੌਰ ਤਰੀਕਿਆਂ ਦੇ ਨਾਲ ਹੀ ਅਸੀਂ ਅਗਲਾ ਜਿਹੜਾ ਪੈਂਡਾ ਉਹ ਤੈਅ ਕਰ ਸਕਦੇ ਹਾਂ। ਬਰਾੜ ਜੀ, ਤੁਸੀਂ ਸਾਨੂੰ ਕਾਰਨਾਂ ਦੀ ਗੱਲ explain ਕੀਤੀ। of course this is such an complicated conversation ਕਿ ਅਸੀਂ ਤਾਂ ਹਾਈ ਲੈਵਲ ਕਾਰਨਾਂ ਦੀ ਗੱਲ ਇੱਥੇ ਛੇੜੀ ਹੈ, ਬਟ ਇੱਥੇ ਇੰਪੈਕਟਸ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਇੰਪੈਕਟ ਸਾਡੇ ਉੱਤੇ ਤੇ ਓਵਰਆਲ ਵੱਖ-ਵੱਖ ਸੈਕਟਰਸ ਉੱਤੇ ਹੋ ਸਕਦਾ ਹੈ, ਉਹਦੇ ਬਾਰੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ। ਬ੍ਰੇਕ ਤੋਂ ਬਾਅਦ ਇਹ ਕਨਵਰਸੇਸ਼ਨ ਸ਼ੁਰੂ ਕਰਾਂਗੇ। ਵਿਊਅਰਸ ਕਿੱਥੇ ਨਾ ਜਾਓ, ਭਾਵੇਂ ਤੁਸੀਂ ਕੈਲੀਫੋਰਨੀਆ ਦੇ ਵਿੱਚ ਖੇਤੀਬਾੜੀ ਨਾਲ ਜੁੜੇ ਹੋਏ ਹੋ ਜਾਂ ਨਾ ਜੁੜੇ ਹੋਏ ਹੋ, ਕਿੱਥੇ ਵੀ ਤੁਸੀਂ ਰਹਿੰਦੇ ਹੋ ਯੂਨਾਈਟਿਡ ਸਟੇਟਸ ਦੇ ਵਿੱਚ, ਨਾਰਥ ਅਮਰੀਕਾ ਦੇ ਵਿੱਚ, ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਇਹ ਵਰਸਨਿੰਗ ਵਾਟਰ ਕ੍ਰਾਈਸਿਸ ਡੇ ਟੂ ਡੇ ਲਾਈਫ 'ਤੇ ਤੁਹਾਨੂੰ ਇੰਪੈਕਟ ਕਰ ਸਕਦੀ ਹੈ, ਉਹਦੀ ਗੱਲ ਕਰਾਂਗੇ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਏ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਇੱਕ ਵੱਧਦੀ ਹੋਈ ਕ੍ਰਾਈਸਿਸ ਦੇ ਵੱਲ ਅਸੀਂ ਤੇਜ਼ੀ ਨਾਲ ਪਹੁੰਚ ਰਹੇ ਹਾਂ। ਇਨਫੈਕਟ ਜਦੋਂ ਅਸੀਂ ਪਾਣੀ ਦੀ ਕਮੀ ਦੀ ਗੱਲ ਕਰਦੇ ਹਾਂ, ਭਾਵੇਂ ਪੰਜਾਬ ਹੋਏ, ਭਾਵੇਂ ਯੂਨਾਈਟਿਡ ਸਟੇਟਸ ਹੋਏ, ਭਾਵੇਂ ਯੂਰਪ ਹੋਏ, ਦੁਨੀਆ ਭਰ ਦੇ ਵਿੱਚ ਅੱਜ ਇਹ ਕਮੀ ਮਹਿਸੂਸ ਹੋ ਰਹੀ ਹੈ। ਨਾ ਕਿ ਸਿਰਫ ਉਹਨਾਂ ਨੂੰ ਜੋ ਸਭ ਤੋਂ ਤੁਸੀਂ ਕਹਿ ਲਓ ਗਰੀਬ ਸਿਚੁਏਸ਼ਨਸ ਦੇ ਵਿੱਚ ਰਹਿੰਦੇ ਹੈ, ਬਟ ਡਿਵੈਲਪਡ ਵਰਲਡ, ਫਰਸਟ ਵਰਲਡ ਨੂੰ ਵੀ ਇਹਦੀ ਕਮੀ ਮਹਿਸੂਸ ਹੋ ਰਹੀ ਹੈ। ਐਂਡ ਇਹਦਾ ਲੌਂਗ ਟਰਮ ਇੰਪੈਕਟ ਅਸੀਂ ਕੀ ਵੇਖ ਸਕਦੇ ਹਾਂ, ਉਹਦੇ ਬਾਰੇ ਜਾਣਕਾਰੀ ਦੇਣ ਲਈ ਇੱਕ ਵਾਰੀ ਫਿਰ ਸਾਡੇ ਗੈਸਟ ਸਾਡੇ ਨਾਲ ਜੁੜੇ ਹਨ, ਅਸਿਸਟੈਂਟ ਪ੍ਰੋਫੈਸਰ ਗੁਰੀਤ ਬਰਾੜ ਜੀ। ਬਰਾੜ ਜੀ, ਤੁਸੀਂ ਕੈਲੀਫੋਰਨੀਆ ਦੀ ਗੱਲ ਕਰ ਰਹੇ ਸੀ ਬ੍ਰੇਕ ਤੋਂ ਪਹਿਲੇ ਕਿ ਕੀ ਕਾਰਨਾਂ ਕਰਕੇ ਇਹ ਜੋ ਵੱਧਦੀ ਹੋਈ ਡਰਾਊਟ ਹੈ, ਪਾਣੀ ਦੀ ਕਮੀ ਹੈ, ਭਾਵੇਂ ਉਹ ਜੋ ਸਨੋ ਕੈਪ ਸੀਅਰਾ ਨੇਵਾਡਾ ਮਾਊਂਟੇਨਸ ਦਾ ਹੈਗਾ ਉਹਦੀ ਸ਼ਰਿੰਕੇਜ ਹੋਵੇ, ਭਾਵੇਂ ਉਹ ਡੀਪਰ ਡਿਗਿੰਗ ਹੋਵੇ ਗਰਾਊਂਡ ਵਾਟਰ ਲਈ, ਭਾਵੇਂ ਉਹ ਵੱਧਦਾ ਹੋਇਆ ਜਿਸ ਤਰ੍ਹਾਂ ਤੁਸੀਂ ਕਿਹਾ ਲੂਨ ਹੋਵੇ ਸੋਇਲ ਦੇ ਵਿੱਚ, ਇਨ ਸਾਰੀ ਚੀਜ਼ਾਂ ਕਰਕੇ ਅੱਜ ਅਸੀਂ ਇਸ ਸਿਚੁਏਸ਼ਨ, ਇਸ ਮੁਕਾਮ ਤੱਕ ਪਹੁੰਚੇ ਹਾਂ। ਬਟ ਇਹਦੇ ਇੰਪੈਕਟਸ ਕੀ ਅਸੀਂ ਵੇਖ ਸਕਦੇ ਹਾਂ? ਬਿਕਾਜ਼ ਅੱਜ ਦੀ ਡੇਟ ਦੇ ਵਿੱਚ ਵਾਂਸ ਅਗੇਨ ਅਗਰ ਸਿੰਪਲ ਸ਼ਬਦਾਂ ਦੇ ਵਿੱਚ ਤੁਸੀਂ ਆਮ ਲੋਕਾਂ ਨੂੰ ਦੱਸਣਾ ਹੋਏ ਕਿ ਇਹਦਾ ਡਾਇਰੈਕਟ ਇੰਪੈਕਟ ਤੁਹਾਡੀ ਡੇ ਟੂ ਡੇ ਲਾਈਫ 'ਤੇ ਕਿਸ ਤਰ੍ਹਾਂ ਹੋਏਗਾ, ਉਹਦੇ ਬਾਰੇ ਤੁਸੀਂ ਸਾਨੂੰ ਕੀ ਦੱਸ ਸਕਦੇ ਹੋ? ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਪਿਛਲੇ ਸੈਗਮੈਂਟ ਦੇ ਵਿੱਚ ਗੱਲਬਾਤ ਕੀਤੀ ਸੀ ਖੇਤੀਬਾੜੀ ਦੀ, এনवायरमेंट ਦੀ ਤੇ ਅਰਬਨ ਯੂਜ਼ੇਜ ਦੀ ਸਪਲਿਟ ਦੀ। ਸੋ ਇਹਦੇ ਵਿੱਚ ਹੀ ਸਭ ਤੋਂ ਜਿਹੜੀ ਵੱਡੀ ਚੀਜ਼ ਹੈਗੀ ਹੈ, ਕਿਉਂਕਿ ਕੈਲੀਫੋਰਨੀਆ ਦਾ ਜਿਹੜਾ ਖੇਤੀਬਾੜੀ ਹੈ ਸੈਂਟਰਲ ਵੈਲੀ ਦੇ ਵਿੱਚ, ਉਹ ਸਾਡੇ ਵਾਟਰ ਇਨਫਰਾਸਟ੍ਰਕਚਰ ਦੇ ਉੱਤੇ ਹੀ ਡਿਪੈਂਡੈਂਟ ਹੈ। ਸੋ ਤੁਹਾਨੂੰ ਪਤਾ ਹੋਣਾ ਕਿ ਜਿਹੜਾ ਸਿਗਮਾ ਹੈਗਾ, ਸਸਟੇਨੇਬਲ ਗਰਾਊਂਡ ਵਾਟਰ ਮੈਨੇਜਮੈਂਟ ਐਕਟ 2014 ਦੇ ਵਿੱਚ ਉਹ ਸ਼ੁਰੂ ਹੋਇਆ। ਉਹ ਇੱਕ ਬੜਾ ਲੰਬਾ ਪ੍ਰੋਸੈਸ ਹੈਗਾ ਜੀ, 2042 ਤੱਕ ਦਾ ਟਾਰਗੇਟ ਹੈਗਾ ਕਿ 2025 ਦੇ ਵਿੱਚ ਜਿਹੜੀਆਂ ਸ਼ੁਰੂ ਹੋ ਜਾਣਗੀਆਂ ਗਰਾਊਂਡ ਵਾਟਰ ਪੰਪਿੰਗ ਦੀਆਂ ਰਿਸਟ੍ਰਿਕਸ਼ਨਸ, ਜਿਹੜੀਆਂ ਡਿਸਟ੍ਰਿਕਟਸ ਬੈਲੈਂਸ ਦੇ ਵਿੱਚ ਨਹੀਂ ਹੈਗੀਆਂ। ਸੋ ਉਹਦੇ ਵਿੱਚ ਮੈਂ ਇੱਕ ਗੱਲ ਦੱਸ ਦਿਆਂ ਕਿ ਉਹਦੀ ਲੋੜ ਕਿਉਂ ਪਈ। ਕਿਉਂਕਿ ਅਸੀਂ ਕੈਲੀਫੋਰਨੀਆ ਦੀ ਸੈਂਟਰਲ ਵੈਲੀ ਦੇ ਵਿੱਚ ਗਰਾਊਂਡ ਵਾਟਰ ਪੰਪਿੰਗ ਦੀ ਜੇ ਗੱਲ ਕਰੀਏ ਤਾਂ ਜਿੱਥੇ ਜਿੱਥੇ ਵੀ 650 ਫੁੱਟ ਤੋਂ ਵਧੇਰੇ ਡੂੰਘਾ ਪਾਣੀ ਅਸੀਂ ਕੱਢ ਲਿਆ, ਉਹਨੂੰ ਐਂਸ਼ੀਐਂਟ ਵਾਟਰ ਕਹਿੰਦੇ ਆ। ਪੁਰਾਤਨ ਪਾਣੀ, ਜਿਹੜਾ ਕਿ ਮਿਲੀਅਨਸ ਆਫ ਈਅਰਸ, ਮਤਲਬ ਬਹੁਤ ਹੀ ਲੱਖਾਂ ਕਰੋੜਾਂ ਸਾਲਾਂ ਦੇ ਵਿੱਚ ਉਹ ਜਮ੍ਹਾਂ ਹੋਇਆ ਉੱਥੇ। ਤੇ ਉਹ ਜੇ ਅਸੀਂ ਕੱਢ ਲੈਂਦੇ ਆ ਤਾਂ ਉਹ ਲੱਖਾਂ ਕਰੋੜਾਂ ਸਾਲਾਂ ਦੇ ਵਿੱਚ ਹੀ ਕਿਤੇ ਜਾ ਕੇ ਭਰਨਾ, ਉਹ ਇੰਨੀ ਛੇਤੀ ਨਹੀਂ ਭਰਨਾ। ਦੂਸਰੀ ਗੱਲ ਇਹ ਹੈ ਕਿ ਜਦੋਂ ਅਸੀਂ ਉਹ ਪਾਣੀ ਇੰਨਾ ਜ਼ਿਆਦਾ ਕੱਢ ਰਹੇ ਹਾਂ ਗਰਾਊਂਡ ਵਾਟਰ ਦੇ ਵਿੱਚੋਂ, ਤਾਂ ਹੁਣ ਗਰਾਊਂਡ ਵਾਟਰ ਦੀ ਜਿਹੜੀ ਸਾਡੀ ਧਰਤੀ ਦੀ ਜਿਹੜੀ ਸਮਰੱਥਾ ਹੈਗੀ ਆ ਦੁਬਾਰਾ ਪਾਣੀ ਨੂੰ ਭੰਡਾਰ ਕਰਨ ਦੀ, ਉਹ ਸਮਰੱਥਾ ਵੀ ਬਹੁਤ ਘਟ ਗਈ ਹੈ। ਕਿਉਂਕਿ ਜਿਹੜੀਆਂ ਖਾਲੀ ਅਸੀਂ ਸਪੇਸਿਸ ਉੱਥੇ ਖਾਲੀ ਕਰ ਦਿੱਤੀਆਂ ਨਾ, ਉੱਥੇ ਚਟਾਨਾਂ ਨੇ ਜਿਹੜੀਆਂ ਹੇਠਾਂ, ਉਹ ਇੱਕ ਦੂਜੇ ਦੇ ਨਾਲ ਘਸ ਕੇ ਉਹ ਨੀਚੇ ਨੂੰ ਧਸ ਗਈਆਂ ਨੇ। ਸੋ ਕਹਿਣ ਤੋਂ ਭਾਵ ਹੈ ਜਿਹੜੇ ਸਾਡੇ ਐਕੂਫਰਸ ਨੇ, ਜਿਹੜੇ ਸਾਡੇ ਜ਼ਖੀਰੇ ਨੇ, ਪਾਣੀ ਦੇ ਭੰਡਾਰ ਨੇ ਧਰਤੀ ਦੇ ਹੇਠਾਂ, ਉਹ ਵੀ ਹੁਣ ਉਹਨਾਂ ਪਾਣੀ ਭੰਡਾਰ ਕਰਨ ਦੇ ਸਮਰੱਥ ਨਹੀਂ ਰਹੇ, ਕਿਉਂਕਿ ਉਹ ਜਿਹੜੀਆਂ ਸਪੇਸਿਸ ਸੀਗੀਆਂ ਉਹ ਹੁਣ ਬੰਦ ਹੋ ਗਈਆਂ।
ਇਹਦਾ ਤੁਸੀਂ ਅੰਦਾਜ਼ਾ ਇੱਥੋਂ ਲਾ ਸਕਦੇ ਹੋ ਕਿ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਥਾਵਾਂ ਨੇ ਜਿੱਥੇ ਧਰਤੀ ਹੈ ਜਿਹੜੀ ਉਹ ਹੇਠਾਂ ਨੂੰ ਧੱਸ ਗਈ ਹੈ ਪਿਛਲੇ 100 ਜੀ ਸਾਲਾਂ ਦੇ ਵਿੱਚ, ਕਿਤੇ ਕਿਤੇ ਤਾਂ 30 ਫੁੱਟ ਵੀ ਧੱਸ ਗਈ ਹੈ। ਸੋ ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਸਾਨੂੰ ਇੱਕ ਮੋੜ ਜ਼ਰੂਰ ਕੱਟਣਾ ਪੈਣਾ, ਕਿਉਂਕਿ ਇਸ ਤਰੀਕੇ ਦੇ ਨਾਲ ਜਿਹੜਾ ਹਜ਼ਾਰਾਂ ਲੱਖਾਂ ਸਾਲਾਂ ਦੇ ਵਿੱਚ ਪਾਣੀ ਆਪਣਾ ਜਮ੍ਹਾਂ ਹੋਇਆ ਜੀ ਉਹ ਸਾਡੇ ਲਈ ਹਮੇਸ਼ਾ ਨਹੀਂ ਰਹਿਣਾ। ਕਿਉਂਕਿ ਜਿਵੇਂ ਆਪਾਂ ਤੇਲ ਦੀ ਗੱਲ ਕਰਦੇ ਸੀਗੇ, ਹੁਣ ਪਾਣੀ ਹੈ ਜਿਹੜਾ ਉਹ ਸਾਡਾ ਅਗਲਾ ਡੀਜ਼ਲ ਜਾਂ ਪੈਟਰੋਲ ਹੋਏਗਾ। ਜੇ ਆਪਾਂ ਤੇਲ ਦੀ ਗੱਲ ਕਰੀਏ ਤਾਂ 20ਵੀਂ ਸਦੀ ਦੇ ਵਿੱਚ ਤੇਲ ਨੂੰ ਲੈ ਕੇ ਜੰਗਾਂ ਹੋਈਆਂ ਨੇ। ਸੋ ਸਾਰੇ ਮਾਹਰ ਇਹ ਕਹਿੰਦੇ ਨੇ ਕਿ 21ਵੀਂ ਸਦੀ ਦੇ ਵਿੱਚ ਉਹੀ ਸਥਿਤੀ ਪਾਣੀ ਨੂੰ ਲੈ ਕੇ ਹੋ ਸਕਦੀ ਹੈ। ਤੁਸੀਂ ਇੰਪੈਕਟ ਦੀ ਗੱਲ ਕੀਤੀ, ਸਭ ਤੋਂ ਜਿਹੜਾ ਵੱਡਾ ਇੰਪੈਕਟ ਤਾਂ ਸਾਡੀ ਫੂਡ ਪ੍ਰੋਡਕਸ਼ਨ ਦੇ ਉੱਤੇ ਹੈਗਾ। ਫੂਡ ਪ੍ਰੋਡਕਸ਼ਨ ਦੀ ਜਿਹੜੀ ਸਟੇਬਿਲਿਟੀ ਹੈ, ਖਾਸ ਤੌਰ ਦੇ ਉੱਤੇ ਸਾਡੀ ਡੋਮੈਸਟਿਕ ਫੂਡ ਪ੍ਰੋਡਕਸ਼ਨ ਦੀ, ਇਹਦੇ ਉੱਤੇ ਆਪਾਂ ਕਿਸੇ ਹੋਰ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਕਿ ਸਾਡੀ ਜਿਹੜੀ ਡੋਮੈਸਟਿਕ ਫੂਡ ਪ੍ਰੋਡਕਸ਼ਨ ਆ ਉਹ ਕਿੰਨੀ ਜ਼ਿਆਦਾ ਜ਼ਰੂਰੀ ਹੈ। ਇਹ ਨਹੀਂ ਕਹਿ ਸਕਦੇ ਅਸੀਂ ਕਿ ਅਸੀਂ ਇੱਥੋਂ ਫਸਲਾਂ ਉਗਾਉਣੀਆਂ ਬੰਦ ਕਰਕੇ ਅਸੀਂ ਆਪਣਾ ਸਲਾਦ ਮੈਕਸੀਕੋ ਤੋਂ ਮੰਗਵਾ ਲਵਾਂਗੇ। ਇਹ ਚੀਜ਼ ਸੰਭਵ ਨਹੀਂ ਹੈਗੀ, ਉਹਦੇ ਬਹੁਤ ਫਾਰ ਰੀਚਿੰਗ ਇੰਪੈਕਟਸ ਨੇ। ਸੋ ਗਲੋਬਲ ਲੈਵਲ ਦੇ ਉੱਤੇ ਜਿਹੜੇ ਡਰਾਊਟਸ ਨੇ ਉਹ ਸਾਡੀ ਫੂਡ ਪ੍ਰੋਡਕਸ਼ਨ ਦੀ ਇਨਸਿਕਿਉਰਿਟੀ ਨੂੰ ਵਧਾ ਰਹੇ ਆ। ਅਫਰੀਕਾ ਦੇ ਵਿੱਚ ਖਾਸ ਤੌਰ ਦੇ ਉੱਤੇ ਆਪਾਂ ਗੱਲ ਕਰਾਂਗੇ ਕਿ ਫੂਡ ਇਨਸਿਕਿਉਰਿਟੀ ਕਿਸ ਤਰੀਕੇ ਨਾਲ ਵਧ ਰਹੀ ਹੈ ਡਰਾਊਟਸ ਦੇ ਨਾਲ। ਜੀ ਸੋ ਉਹ ਇੰਪੈਕਟ ਜੀ I'm so glad ਬਰਾੜ ਜੀ ਤੁਸੀਂ ਇਸ ਫੂਡ ਇਨਸਿਕਿਉਰਿਟੀ ਦੇ ਨਾਲ ਕਿਸ ਤਰ੍ਹਾਂ ਇਹ ਪਾਣੀ ਦਾ ਮਸਲਾ ਜੁੜਿਆ ਹੈ ਉਹਦਾ ਜ਼ਿਕਰ ਕੀਤਾ, ਬਿਕਾਜ਼ I do want to talk about that with you। ਇਹਦੇ ਉੱਤੇ ਅਸੀਂ ਇੱਕ ਪੂਰਾ ਐਪੀਸੋਡ ਡੈਡੀਕੇਟ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਜਦੋਂ ਅਸੀਂ ਇੰਪੈਕਟਸ ਦੀ ਹੋਰ ਗੱਲ ਕਰਦੇ ਹਾਂ, ਇੱਥੇ ਇਹ ਜ਼ਰੂਰ ਆਈ ਥਿੰਕ ਇਹਦਾ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਇਨਫਰਾਸਟ੍ਰਕਚਰ ਉੱਤੇ ਇਸ ਵੱਧਦੀ ਹੋਈ ਕ੍ਰਾਈਸਿਸ ਦਾ ਇੰਪੈਕਟ ਵੇਖਣ ਨੂੰ ਮਿਲੇਗਾ। ਬਿਕਾਜ਼ ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕਿਹਾ ਕਿ ਇੰਜੀਨੀਅਰਿੰਗ ਦੀ ਇੱਕ ਮਤਲਬ ਇਨਕਰੀਸਿੰਗ ਐਕਸਪਰਟੀਜ਼ ਕਰਕੇ ਇਹ ਡੈਮਸ ਬਣਾਏ ਗਏ, ਭਾਵੇਂ ਉਹ ਲੇਕ ਮੀਡ ਹੋਵੇ, ਹੂਵਰ ਡੈਮ ਹੋਵੇ ਜੋ ਕਿ ਯੂਨਾਈਟਿਡ ਸਟੇਟਸ ਦਾ ਸਭ ਤੋਂ ਵੱਡਾ ਮੈਨ ਮੇਡ ਵਾਟਰ ਸਟਰਕਚਰ ਹੈ। ਕਿੰਨੇ ਮਿਲੀਅਨਸ ਨੂੰ ਬਿਜਲੀ ਆਉਂਦੀ ਹੈ, ਜਾਂ ਲੇਕ ਪਾਵਲ ਹੋਵੇ ਉਸ ਡੈਮ ਕਰਕੇ ਕਿੰਨੇ ਲੋਕਾਂ ਨੂੰ ਬਿਜਲੀ ਆਉਂਦੀ ਹੈ, ਗਲੈਨ ਕੈਨੀਅਨ ਡੈਮ ਕਰਕੇ। ਕੈਲੀਫੋਰਨੀਆ ਦੇ ਵਿੱਚ ਤੁਸੀਂ ਕਿੰਨੇ ਇਹੋ ਜਿਹੇ ਡੈਮਸ ਦੀ ਗੱਲ ਕੀਤੀ। ਭਾਵੇਂ ਕੋਈ ਖੇਤੀਬਾੜੀ ਦੇ ਨਾਲ ਜਾਂ ਫਾਰਮਲੈਂਡ ਦੇ ਨਾਲ ਨਾ ਵੀ ਜੁੜਿਆ ਹੋਏ, ਹਰੇਕ ਨੂੰ ਬਿਜਲੀ ਦੀ ਇਸ ਵੇਲੇ ਮਤਲਬ ਇੱਕ ਹਾਈ ਲੈਵਲ ਦੀ ਡਿਪੈਂਡੈਂਸੀ ਹੈਗੀ। ਉਹ ਦਿਨ ਤਾਂ ਗਏ ਕਿ ਅਸੀਂ ਬਿਨਾਂ ਬਿਜਲੀ ਤੋਂ ਰਹਿ ਸਕਦੇ ਹਾਂ। ਅਤੇ ਇਸ ਸਾਲ ਇਸ ਵੱਧਦੀ ਹੋਈ ਗਰਮੀ ਕਰਕੇ ਬਿਜਲੀ ਉੱਤੇ ਵੀ ਬਹੁਤ ਇੰਪੈਕਟ ਪਿਆ, ਐਂਡ ਵੱਧਦੀ ਹੋਈ ਡਰਾਊਟ ਜਿਸ ਤਰ੍ਹਾਂ ਪਾਣੀ ਦੀ ਕਮੀ ਮਹਿਸੂਸ ਹੋ ਰਹੀ ਹੈ, ਉਹਦੇ ਨਾਲ ਇਹ ਬਿਜਲੀ, ਇਹ ਇਨਫਰਾਸਟ੍ਰਕਚਰ ਜੋ ਕਿ ਇਲੈਕਟ੍ਰਿਸਿਟੀ ਗ੍ਰਿਡ ਦੇ ਨਾਲ ਜੁੜਿਆ ਹੋਇਆ, ਉਹਦੇ ਉੱਤੇ ਵੀ ਇੰਪੈਕਟ ਹੋਣ ਜਾ ਰਿਹਾ ਹੈ। ਮੈਂ ਚਾਹਾਂਗੀ ਕਿ ਤੁਸੀਂ ਵਨਸ ਅਗੈਨ ਯੂ ਡੂ ਇਟ ਸੋ ਵੈਲ, ਸਿੰਪਲ ਸ਼ਬਦਾਂ ਦੇ ਵਿੱਚ ਪਾਣੀ ਦਾ ਬਿਜਲੀ ਦੇ ਨਾਲ ਕੀ ਲੈਣਾ ਦੇਣਾ ਹੈ, ਇਹਦੇ ਵਿੱਚ ਅਸੀਂ ਕੀ ਇੰਪੈਕਟ ਵੇਖ ਸਕਦੇ ਹਾਂ? ਜੀ ਤੁਸੀਂ ਬਹੁਤ ਸੋਹਣਾ ਸਵਾਲ ਬਹੁਤ ਸੋਹਣੇ ਤਰੀਕੇ ਨਾਲ ਪੁੱਛਿਆ। ਦੇਖੋ, ਬਿਜਲੀ ਦੀ ਗੱਲ ਆਪਾਂ ਗੱਲ ਕਰਦੇ ਹਾਂ 1850 1870 ਵੇਲੇ ਤੋਂ। ਉਦੋਂ ਬਿਜਲੀ ਪੈਦਾ ਹੁੰਦੀ ਸੀ ਕੋਲੇ ਨਾਲ। ਜਦੋਂ ਇੰਡਸਟਰੀਅਲ ਰੈਵੋਲਿਊਸ਼ਨ ਆਈ, ਕੋਲੇ ਨੂੰ ਵਰਤ ਕੇ ਅਸੀਂ ਬਿਜਲੀ ਪੈਦਾ ਕੀਤੀ ਤੇ ਆਪਣੀਆਂ ਉਦਯੋਗ ਜਿਹੜੇ ਆਪਣੇ ਉਹ ਖੜੇ ਕੀਤੇ। ਉਸ ਤੋਂ ਬਾਅਦ ਸਾਨੂੰ ਲੱਗਿਆ ਕਿ ਕੋਲਾ ਜਿਹੜਾ ਉਹ ਬਹੁਤ ਜ਼ਿਆਦਾ ਸਸਟੇਨੇਬਲ ਹੈ ਨਹੀਂ, ਉਹ ਧਰਤੀ ਦੇ ਜਿਹੜੇ ਖਣਿਜ ਪਦਾਰਥਾਂ ਦੇ ਉੱਤੇ ਬੋਝ ਹੈ। ਸੋ ਅਸੀਂ ਇਜਾਦ ਕਰ ਲਿਆ ਪਣ ਬਿਜਲੀ। ਸੋ ਪਾਣੀ ਦੇ ਨਾਲ ਕਿਸ ਤਰ੍ਹਾਂ ਬਿਜਲੀ ਬਣਾਉਣੀ ਹੈ। ਸੋ ਜਿਹੜੀ 20ਵੀਂ ਸਦੀ ਸੀਗੀ ਉਹਦੇ ਵਿੱਚ ਅਸੀਂ ਤਕੜੇ ਤਕੜੇ ਡੈਮ ਬਣਾਏ ਤੇ ਪਣ ਬਿਜਲੀ ਦੇ ਪ੍ਰੋਜੈਕਟ ਲੈ ਕੇ ਆਂਦੇ। ਸੋ ਹੁਣ ਜਿਹੜੀ 21ਵੀਂ ਸਦੀ ਹੈ, ਹੁਣ ਉਹ ਪਾਣੀ ਹੈ ਜਿਹੜਾ, ਪਿਛਲੇ ਵਾਰੀ ਮੈਂ ਪਿਛਲੇ ਕਮੈਂਟ ਦੇ ਵਿੱਚ ਕਿਹਾ ਸੀਗਾ ਕਿ ਪਾਣੀ ਹੈ ਜਿਹੜਾ ਉਹ ਡੀਜ਼ਲ ਤੇ ਗੈਸ ਹੈ। ਹੁਣ ਇਸ ਪੱਖ ਤੋਂ ਪਾਣੀ ਹੈ ਜਿਹੜਾ ਉਹ 21ਵੀਂ ਸਦੀ ਦਾ ਕੋਲਾ ਹੋ ਗਿਆ ਕਿ ਹੁਣ ਜਿਹੜੀ ਪਾਣੀ ਤੋਂ ਬਿਜਲੀ ਹੈ ਉਹ ਸਾਨੂੰ ਲੱਗਦਾ ਕਿ ਇੰਨੀ ਜ਼ਿਆਦਾ ਸਸਟੇਨੇਬਲ ਨਹੀਂ ਹੈ, ਸਾਨੂੰ ਹੋ ਸਕਦਾ 22ਵੀਂ ਸਦੀ ਤੱਕ ਨਾ ਲੈ ਕੇ ਜਾਵੇ। ਸੋ ਇਸੇ ਕਰਕੇ ਜਿਹੜੇ ਸਸਟੇਨੇਬਲ ਤੌਰ ਤਰੀਕੇ ਨੇ ਬਿਜਲੀ ਪੈਦਾ ਕਰਨ ਦੇ, ਉਹਨਾਂ ਦੇ ਉੱਤੇ ਗੱਲ ਹੋ ਰਹੀ ਹੈ। ਤੁਸੀਂ ਪ੍ਰੋਜੈਕਟਾਂ ਦੀ ਗੱਲ ਕੀਤੀ, ਆਪਾਂ ਇੱਕ ਥੋੜੀ ਜਿਹੀ ਪੰਛੀ ਝਾਤ ਮਾਰੀਏ ਕਿ ਕੋਲੋਰਾਡੋ ਦਰਿਆ ਅਮਰੀਕਨ ਵੈਸਟ ਦੇ ਵਿੱਚ ਲੰਬਾ ਦਰਿਆ ਹੈ ਜਿਹੜਾ ਕੋਲੋਰਾਡੋ ਦੇ ਪਹਾੜਾਂ ਦੇ ਵਿੱਚੋਂ ਨਿਕਲਦਾ ਹੈ। ਕੋਲੋਰਾਡੋ ਦੀ ਸਟੇਟ ਜਿਹੜੀ ਉਹ ਪਹਾੜੀ ਸਟੇਟ ਹੈ, ਪਰ ਉਹ ਪਹਾੜੀ ਸਟੇਟ ਵੀ 2022 ਦੇ ਵਿੱਚ 83% ਜਿਹੜੀ ਕੋਲੋਰਾਡੋ ਦਾ ਰਕਬਾ ਹੈ ਉਹ ਔੜ ਦੇ ਹੇਠਾਂ, ਡਰਾਊਟ ਦੇ ਅੰਦਰ ਹੈ ਜੀ। ਸੋ ਕੋਲੋਰਾਡੋ ਦਰਿਆ ਉੱਥੋਂ ਨਿਕਲਦਾ ਹੈ ਜੀ, ਤੇ ਸੋ ਯੂਟਾ ਦੇ ਵਿੱਚ ਜਿਹੜੀ ਲੇਕ ਪਾਵਲ ਹੈਗੀ ਹੈ, ਜਿਹੜਾ ਗਲੈਨ ਕੈਨੀਅਨ ਡੈਮ ਹੈ, ਉੱਥੇ ਰੋਕ ਕੇ ਲੇਕ ਪਾਵਲ ਬਣਾ ਦਿੱਤੀ ਗਈ। ਉਹ ਬਹੁਤ ਵੱਡਾ ਰੈਜ਼ਰਵੋਇਰ ਹੈਗਾ।
ਉਸ ਤੋਂ ਅੱਗੇ ਕੋਲੋਰਾਡੋ ਦਰਿਆ ਆਉਂਦਾ ਹੈਗਾ ਤਾਂ ਫਿਰ ਲਾਸ ਵੇਗਸ ਦੇ ਕੋਲੇ ਲੇਕ ਮੀਡ ਹੈਗੀ ਹੈ ਜਿੱਥੇ ਹੂਵਰ ਡੈਮ ਬਣਿਆ, ਸੋ ਉਹ ਪਣ ਬਿਜਲੀ ਪ੍ਰੋਜੈਕਟ ਨੇ। ਉਸ ਤੋਂ ਬਾਅਦ ਫਿਰ ਹਵਾਸੂ ਲੇਕ ਹਵਾਸੂ ਹੈਗੀ ਹੈ, ਸੋ ਅੱਗੇ ਜਾ ਕੇ ਇਹ ਮੈਕਸੀਕੋ ਦੇ ਵਿੱਚ ਵਹਿੰਦਾ। ਪਰ ਅਸੀਂ ਪਿਛਲੇ 100 ਸਾਲਾਂ ਦੇ ਵਿੱਚ ਇਹਨਾਂ ਕੋਲੋਰਾਡੋ ਦਰਿਆ ਦੇ ਉੱਤੇ ਡੈਮ ਲਾ ਕੇ ਪਹਿਲਾਂ ਤਾਂ ਉਹਨੂੰ ਰੋਕਿਆ ਪਾਣੀ। ਜਦੋਂ ਆਪਾਂ ਡੈਮ ਲਾਉਣੇ ਆ ਤੇ ਬਿਜਲੀ ਪੈਦਾ ਕਰਨੀ ਹੈ ਤਾਂ ਸਾਡੇ ਸਾਹਮਣੇ ਇੱਕ ਦੁਚਿੱਤੀ ਹੁੰਦੀ ਹੈ। ਹੁਣ ਤੁਸੀਂ ਇਹ ਵਿਰੋਧਾਭਾਸ ਸਮਝੋ ਕਿ ਜਦੋਂ ਡੈਮ ਬਣਾਇਆ ਤਾਂ ਅਸੀਂ ਬਿਜਲੀ ਪੈਦਾ ਕਰਨ ਲਈ ਬਣਾਇਆ, ਇਹਦਾ ਮਤਲਬ ਇਹ ਹੈ ਕਿ ਉੱਥੇ ਡੈਮ ਦੇ ਪਿੱਛੇ ਪਾਣੀ ਇੰਨਾ ਕੁ ਹੋਣਾ ਚਾਹੀਦਾ ਹੈ ਕਿ ਸਾਡੀ ਬਿਜਲੀ ਲਗਾਤਾਰ ਪੈਦਾ ਹੁੰਦੀ ਰਹੇ। ਪਰ ਅਸੀਂ ਡੈਮ ਇਸ ਕਰਕੇ ਵੀ ਬਣਾਇਆ ਕਿ ਪਾਣੀ ਸਟੋਰ ਕਰਨਾ ਤਾਂ ਕਿ ਅਸੀਂ ਆਪਣੀਆਂ ਫਸਲਾਂ ਨੂੰ ਸਿੰਚ ਸਕੀਏ ਜੀ। ਸੋ ਹੁਣ ਅਸੀਂ ਪਾਣੀ ਛੱਡੀਏ ਕਿ ਪਾਣੀ ਰੋਕੀਏ, ਬਿਜਲੀ ਬਣਾਈਏ ਕਿ ਅਸੀਂ ਖੇਤੀਬਾੜੀ ਨੂੰ ਜਾਂ ਸ਼ਹਿਰਾਂ ਨੂੰ ਪਾਣੀ ਭੇਜੀਏ। ਸੋ ਇਹ ਇੱਕ ਦਵੰਦ ਹੈ। ਸੋ ਅੱਗੇ ਜਿਹੜਾ ਕੋਲੋਰਾਡੋ ਦਰਿਆ ਤੋਂ ਆਲ ਅਮਰੀਕਨ ਕਨਾਲ ਨਿਕਲ ਕੇ ਸੈਨ ਡਿਏਗੋ ਤੇ ਜਿਹੜੀ ਔਰੇਂਜ ਕਾਉਂਟੀ ਹੈ ਜਾਂ ਲਾਸ ਐਂਜਲਸ ਕਾਉਂਟੀ ਹੈਗੀ ਹੈ, ਮਹਾਨਗਰ ਨੂੰ ਪਾਣੀ ਜਿਹੜਾ ਉਹ ਵੀ ਉੱਥੋਂ ਹੀ ਆਉਂਦਾ। ਸੋ ਪਰ ਜਦੋਂ ਲੇਕ ਮੀਡ ਦੇ ਲੇਕ ਪਾਵਲ ਦੇ ਵਿੱਚ ਪਾਣੀ ਘਟ ਰਿਹਾ ਤਾਂ ਹੁਣ ਆਪਸ ਦੇ ਵਿੱਚ ਜਿਹੜੀ ਸਟੇਟਸ ਦੇ ਜਿਹੜੇ ਪੁਰਾਣੇ ਸੀਗੇ ਮੁੱਦੇ ਪਾਣੀ ਦੇ ਉਹ ਫਿਰ ਆ ਰਹੇ ਨੇ ਸਾਹਮਣੇ, ਤੇ ਮੈਕਸੀਕੋ ਨੂੰ ਵੀ ਜਿਹੜਾ ਪਾਣੀ ਛੱਡਣ ਦਾ ਜਿਹੜੀ ਸੀ ਉਹ ਵੀ ਸਾਡੀ ਬਣਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਇੰਪੈਕਟ ਅਰਬਨ ਦੇ ਉੱਤੇ ਵੀ ਪਊਗਾ ਕਿ ਸੈਨ ਡਿਏਗੋ ਨੂੰ ਜਾਂ ਸਾਡੇ ਲਾਸ ਐਂਜਲਸ ਮਹਾਨਗਰ ਨੂੰ ਪਾਣੀ ਕਿੱਥੋਂ ਆਉਣਾ। ਖਾਸ ਤੌਰ ਤੇ ਐਰੀਜ਼ੋਨਾ, ਨਿਊ ਮੈਕਸੀਕੋ ਦੇ ਵਿੱਚ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਇੰਪੀਰੀਅਲ ਵੈਲੀ ਦੇ ਵਿੱਚ ਜਿਹੜਾ ਐਗਰੀਕਲਚਰਲ ਲਈ ਪਾਣੀ ਹੈ ਉਹ ਅਸੀਂ ਕਿੱਥੋਂ ਲੈਣਾ। ਸੋ ਡੇ ਟੂ ਡੇ ਦੇ ਉੱਤੇ ਸਾਡਾ ਜਿਹੜਾ ਇਫੈਕਟ ਹੈਗਾ ਉਹ ਸਾਡੀ ਆਮ ਜ਼ਿੰਦਗੀ ਦੇ ਉੱਤੇ ਵੀ ਪੈਣਾ ਬਹੁਤ ਵੱਡੇ ਲੈਵਲ ਤੇ ਮਹਿਸੂਸ ਹੋਣ ਵਾਲਾ ਹੈ। ਆਈ ਮੀਨ ਜਦੋਂ ਅਸੀਂ ਇਸ ਤਰ੍ਹਾਂ ਗੱਲ ਕਰਦੇ ਹਾਂ ਲੱਗਦਾ ਹੈ ਕਿ ਆਉਣ ਵਾਲੇ ਦਹਾਕਿਆਂ ਦੇ ਵਿੱਚ ਕਿਸ ਤਰ੍ਹਾਂ ਦੀ ਜ਼ਿੰਦਗੀ ਅਸੀਂ ਐਕਸਪੈਕਟ ਕਰ ਸਕਦੇ ਹਾਂ, ਸਾਡੀ ਅਗਲੀ ਪੀੜ੍ਹੀ ਲਈ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ। ਮੈਂ 5-10 ਸਾਲਾਂ ਦੀ ਨਹੀਂ ਗੱਲ ਕਰ ਰਹੀ, ਇਹ ਚੀਜ਼ ਦਾ ਲੰਬੇ ਸਮੇਂ ਲਈ ਇੰਪੈਕਟ ਹੋਏਗਾ। ਬਟ ਬਰਾੜ ਜੀ, ਜਦੋਂ ਸਾਡੀ ਗੱਲ ਪਹਿਲੇ ਵੀ ਹੋ ਰਹੀ ਸੀ, ਇਹ ਕਨਵਰਸੇਸ਼ਨ ਖਾਸ ਕਰਕੇ ਸਾਡੀ ਕਮਿਊਨਿਟੀ ਦੇ ਵਿੱਚ ਸ਼ੁਰੂ ਹੁੰਦੀ ਹੈ ਪੰਜਾਬ ਤੋਂ। ਇਨ ਸਾਰੀ ਚੀਜ਼ਾਂ ਦਾ ਐਕਸਪੀਰੀਅੰਸ ਸਾਨੂੰ ਇੱਕ ਅਸੀਂ ਕਹਿ ਸਕਦੇ ਹਾਂ ਇੱਕ ਟਰੋਮੈਟਿਕ, ਇੱਕ ਸਦਮੇ ਦੀ ਤਰ੍ਹਾਂ ਮਹਿਸੂਸ ਹੁੰਦਾ ਕਿ ਪੰਜਾਬ ਦੇ ਵਿੱਚ ਕੀ ਹੋਇਆ, ਉੱਥੇ SYL ਦਾ ਮੁੱਦਾ ਹੈ, ਉੱਥੇ ਪਾਣੀ ਦਾ ਮੁੱਦਾ, ਰਿਪੇਰੀਅਨ ਰਾਈਟਸ ਦਾ ਮੁੱਦਾ, ਕਿਸ ਤਰ੍ਹਾਂ ਡਿਜ਼ਰਟੀਫਿਕੇਸ਼ਨ ਹੋਈ ਹੈ ਉਹਦਾ ਮੁੱਦਾ। ਹੁਣ ਇਹ ਸੇਮ ਚੀਜ਼ਾਂ ਅਸੀਂ ਇੱਥੇ ਅਮਰੀਕਾ ਦੇ ਵਿੱਚ ਵੀ ਵੇਖਣ ਦੀ ਉਮੀਦ ਰੱਖਦੇ ਹਾਂ, ਭਾਵੇਂ ਜਿਸ ਤਰ੍ਹਾਂ ਤੁਸੀਂ ਕਿਹਾ ਸਟੇਟਾਂ ਦੇ ਵਿੱਚ ਰਿਪੇਰੀਅਨ ਰਾਈਟਸ, ਅਮਰੀਕਾ ਮੈਕਸੀਕੋ ਦੇ ਵਿੱਚ ਇਨ ਪਾਣੀ ਦਾ ਮਸਲਾ ਜਦੋਂ ਉੱਠੇਗਾ ਕਿਸ ਤਰ੍ਹਾਂ ਉਹ ਚੀਜ਼ ਪਲੇ ਆਊਟ ਹੋਏਗੀ। ਬਟ ਇਟਸ ਨਾਟ ਜਸਟ ਦ ਯੂਨਾਈਟਿਡ ਸਟੇਟਸ, ਇਟਸ ਨਾਟ ਜਸਟ ਇੰਡੀਆ, ਇਨ ਫੈਕਟ ਯੂਰਪ ਤੇ ਦੁਨੀਆ ਦੇ ਬਾਕੀ ਏਰੀਆਜ਼ ਦੇ ਵਿੱਚ ਵੀ ਇਹ ਮਹਿਸੂਸ ਹੋ ਰਹੀ। ਮੈਂ ਯੂਰਪ ਦੀ ਥੋੜ੍ਹੀ ਜਿਹੀ ਗੱਲ ਕਰਨਾ ਚਾਹੁੰਦੀ, ਇੱਕ ਬ੍ਰੇਕ ਇੱਥੇ ਲੈ ਰਹੇ ਹਾਂ। ਗੁਰੀ ਜੀ ਕਿਤੇ ਨਾ ਜਾਓ, ਵਿਊਅਰਸ ਤੁਸੀਂ ਵੀ ਜੁੜੇ ਰਹੋ। ਯੂਰਪ ਦੇ ਵਿੱਚ ਅਸੀਂ ਕਾਫੀ ਇਸ ਸਾਲ ਪਿਛਲੇ ਸਾਲ ਵੱਡੇ ਲੈਵਲ ਦੀ ਕਲਾਈਮੇਟ ਕ੍ਰਾਈਸਿਸ ਵੇਖੀਆਂ, ਉਹਦਾ ਕੀ ਨਤੀਜਾ ਹੋਏਗਾ ਤੇ ਉਹ ਇਸ ਮੁੱਦੇ ਨਾਲ ਕਿਸ ਤਰ੍ਹਾਂ ਜੁੜੀਆਂ ਹੋਈਆਂ ਉਹਦੀ ਗੱਲ ਕਰਾਂਗੇ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਮੁੜ ਹਾਜ਼ਰ ਹੋਏ ਹਾਂ। ਜਦੋਂ ਅਸੀਂ ਕਲਾਈਮੇਟ ਜਾਂ ਇਨਵਾਇਰਮੈਂਟਲ ਮੁੱਦਿਆਂ ਦੀ ਗੱਲ ਕਰਦੇ ਸੀ, ਕਦੀ ਇਹੋ ਜਿਹਾ ਟਾਈਮ ਹੁੰਦਾ ਸੀ ਕਿ ਇਹ ਮੁੱਦੇ ਸਿਰਫ ਤਾਂ ਸਿਰਫ ਦੁਨੀਆ ਦੇ ਗਰੀਬ ਕੋਨਿਆਂ ਦੇ ਉੱਤੇ ਲਾਗੂ ਹੁੰਦੇ ਸੀ। ਵਧਦੀ ਹੋਈ ਫੂਡ ਇਨਸਿਕਿਉਰਿਟੀ, ਵਧਦੇ ਹੋਏ ਟੈਂਪਰੇਚਰਸ, ਰਾਈਜ਼ਿੰਗ ਹੀਟ, ਰਾਈਜ਼ਿੰਗ ਵਾਟਰ ਲੈਵਲਸ, ਹੜ੍ਹ ਆ ਗਏ, ਉੱਥੇ ਸੁਨਾਮੀ ਆ ਗਈ, ਐਕਸਟ੍ਰੀਮ ਵੈਦਰ ਆ ਗਿਆ। ਬਟ ਅੱਜ ਦੀ ਡੇਟ ਦੇ ਵਿੱਚ ਇਹ ਸਥਿਤੀ ਇੰਨੀ ਖਰਾਬ ਹੋ ਗਈ ਹੈ, ਇੰਨੀ ਵਰਸਨ ਹੋ ਗਈ ਹੈ ਤੇ ਹੋ ਰਹੀ ਹੈ ਕਿ ਇਹ ਸਿਚੁਏਸ਼ਨ, ਕਲਾਈਮੇਟ ਕ੍ਰਾਈਸਿਸ ਦੁਨੀਆ ਦੇ ਗਰੀਬ ਅਤੇ ਅਮੀਰ ਮੁਲਕਾਂ ਨੂੰ ਇੱਕ ਬਰਾਬਰ ਲੈਵਲ ਤੇ ਇੰਪੈਕਟ ਕਰ ਰਹੀ ਹੈ। ਇਨ ਫੈਕਟ ਇਸ ਸਾਲ ਇਨ ਗਰਮੀਆਂ ਦੇ ਮਹੀਨਿਆਂ ਦੇ ਵਿੱਚ ਅਸੀਂ ਵੇਖਿਆ ਕਿ ਕਿਸ ਤਰ੍ਹਾਂ ਯੂਰਪ ਦੇ ਵਿੱਚ ਇੰਨੀ ਜ਼ਿਆਦਾ ਗਰਮੀ ਹੋ ਗਈ ਕਿ ਉੱਥੇ ਦੇ ਨਾ ਕਿ ਸਿਰਫ ਜਾਨਾਂ ਗਈਆਂ, ਹਿਊਮਨ ਡੈਥ ਟੋਲਸ ਵੱਡੇ ਲੈਵਲ ਤੇ ਵੇਖਣ ਨੂੰ ਮਿਲੇ, ਬਟ ਇਨਫਰਾਸਟਰਕਚਰ ਕਰੰਬਲ ਹੋਇਆ। ਯੂਰਪ ਦੇ ਵਿੱਚ, ਯੂਨਾਈਟਿਡ ਕਿੰਗਡਮ ਦੇ ਵਿੱਚ, ਇੰਗਲੈਂਡ ਦੇ ਵਿੱਚ ਏਅਰਪੋਰਟਸ ਦੀ ਟਾਰਮੈਕਸ ਮੈਲਟ ਹੋ ਰਹੀਆਂ। ਉੱਥੇ ਦੇ ਲੋਕਾਂ ਦੇ ਕੋਲ, ਆਮ ਲੋਕਾਂ ਕੋਲ AC ਦੇ ਪ੍ਰਬੰਧ ਨਹੀਂ ਹੈਗੇ। ਫਾਰਮਸ ਉੱਤੇ ਇਹਦਾ ਇੰਪੈਕਟ ਹੋ ਰਿਹਾ ਹੈ, ਵੱਡੇ ਲੈਵਲ ਤੇ ਇਸ ਚੀਜ਼ ਦਾ ਇੰਪੈਕਟ ਵੇਖਣ ਨੂੰ ਮਿਲ ਰਿਹਾ। ਇਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਲੈਣ ਲਈ ਇੱਕ ਵਾਰੀ ਫਿਰ ਸਾਡੇ ਗੈਸਟ ਨੂੰ ਮੈਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ, ਅਸਿਸਟੈਂਟ ਪ੍ਰੋਫੈਸਰ ਗੁਰਦੀਪ ਬਰਾੜ ਜੀ। ਬਰਾੜ ਜੀ, ਅਸੀਂ ਯੂਨਾਈਟਿਡ ਸਟੇਟਸ, ਖਾਸ ਕਰਕੇ ਵੈਸਟ ਕੋਸਟ ਕੈਲੀਫੋਰਨੀਆ ਦੇ ਉੱਤੇ ਕਾਫੀ ਗੱਲ ਕੀਤੀ, ਬਿਕੋਜ਼ ਸਾਨੂੰ ਇਹ ਚੀਜ਼ ਬਹੁਤ ਇੱਕ ਕਰੀਬੀ ਤੌਰ ਤੇ ਅੱਜ ਦੀ ਡੇਟ ਦੇ ਵਿੱਚ ਮਹਿਸੂਸ ਹੋ ਰਹੀ ਹੈ। ਅਸੀਂ ਇੱਥੇ ਰਹਿੰਦੇ ਹਾਂ, ਤੁਸੀਂ ਫ੍ਰੈਜ਼ਨੋ ਦੇ ਵਿੱਚ ਆਪ ਬੇਸਡ ਹੋ, ਕੈਲੀਫੋਰਨੀਆ ਸਟੇਟ ਯੂਨੀਵਰਸਿਟੀ।
ਜਿੱਥੇ ਸੈਂਟਰਲ ਵੈਲੀ ਦੇ ਵਿੱਚ ਸਾਡੇ ਪੰਜਾਬੀਆਂ ਦਾ ਕਿੰਨਾ ਵੱਡਾ, ਤੁਸੀਂ ਕਹਿ ਲਓ ਕਿੰਨੀ ਵੱਡੀ ਗਿਣਤੀ ਹੈ। ਬਟ ਅਗਰ ਅਸੀਂ ਯੂਰਪ ਦੀ ਥੋੜ੍ਹੀ ਜਿਹੀ ਗੱਲ ਕਰੀਏ, ਉੱਥੇ ਵੀ ਸਾਡੀ ਕਮਿਊਨਿਟੀ ਬਹੁਤ ਵਸਦੀ ਹੈ। ਉੱਥੇ ਉੱਦਾਂ ਤਾਂ ਮੰਨਿਆ ਜਾਂਦਾ ਹੈ ਕਿ ਦੁਨੀਆ ਦੇ ਸਭ ਤੋਂ ਅਮੀਰ ਲੋਕੀ ਰਹਿੰਦੇ ਹੈ। ਇਨਫੈਕਟ ਜਦੋਂ ਅਸੀਂ ਸੋਚਦੇ ਹਾਂ ਕਲਾਈਮੇਟ ਕ੍ਰਾਈਸਿਸ ਬਾਰੇ, ਸਾਨੂੰ ਇਹ ਨਹੀਂ ਅਕਸਰ ਲੱਗਦਾ ਕਿ ਜੋ ਲੋਕੀ ਅਮੀਰ ਜਾਂ ਡਿਵੈਲਪਡ ਫਰਸਟ ਵਰਲਡ ਨੇਸ਼ਨਸ ਦੇ ਵਿੱਚ ਰਹਿੰਦੇ ਉਹਨਾਂ ਨੂੰ ਇਹ ਪ੍ਰੋਬਲਮਸ ਆਉਣਗੀਆਂ। ਇਸ ਸਾਲ ਨੇ, ਇਸ ਸਮਰ ਨੇ ਸਾਨੂੰ ਇਹ ਚੀਜ਼ ਦਿਖਾਈ ਕਿ ਸਾਡੀ ਇਹ ਸੋਚ ਬਿਲਕੁਲ ਗਲਤ ਹੈ। ਲੈਟਸ ਟਾਕ ਅ ਲਿਟਲ ਬਿਟ ਅਬਾਊਟ ਯੂਰਪ ਐਂਡ ਦੀ ਇਨਕਰੀਸਿੰਗ ਹੀਟ। ਕਿਸ ਤਰ੍ਹਾਂ ਇਸ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇਹਦਾ ਇੰਪੈਕਟ ਸਾਨੂੰ ਵੇਖਣ ਨੂੰ ਮਿਲਿਆ? ਜੀ, ਯੂਰਪ ਦੀ ਜੇ ਆਪਾਂ ਗੱਲ ਕਰੀਏ ਤਾਂ ਤੁਸੀਂ ਯੂਰਪ ਦੇ ਮੁਲਕਾਂ ਦੀ ਗੱਲ ਕੀਤੀ ਹੈ। ਮੈਂ ਪਾਰਟਿਕੂਲਰਲੀ ਫਰਾਂਸ ਦਾ, ਸਪੇਨ ਦਾ ਤੇ ਇਟਲੀ ਦਾ ਜ਼ਿਕਰ ਕਰਨਾ ਚਾਹਾਂਗਾ ਕਿ ਇਹਨਾਂ ਮੁਲਕਾਂ ਦੇ ਵਿੱਚ, ਖਾਸ ਤੌਰ 'ਤੇ ਦੂਸਰੀ ਗੱਲ ਇੰਗਲੈਂਡ ਦੇ ਵਿੱਚ ਐਜ਼ ਵੀ ਸਪੀਕ, ਜਦੋਂ ਆਪਾਂ ਹੁਣ ਇਸ ਵਕਤ ਗੱਲ ਕਰ ਰਹੇ ਹਾਂ ਤਾਂ ਇੰਗਲੈਂਡ ਦੇ ਵਿੱਚ ਜਿਹੜਾ ਉਹਨਾਂ ਦਾ ਮੈਟਰੋਲੋਜੀਕਲ ਮੌਸਮ ਵਿਭਾਗ ਹੈਗਾ, ਉਹਦੇ ਵੱਲੋਂ ਫਿਰ ਇੱਕ ਚੇਤਾਵਨੀ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਜੀ। ਹਫ਼ਤਾ ਤੱਕ ਪਹਿਲਾਂ ਉੱਥੇ 40 ਡਿਗਰੀ ਤੋਂ ਵੱਧ ਗਿਆ ਸੀ ਟੈਂਪਰੇਚਰ ਸੈਲਸੀਅਸ ਦੇ ਵਿੱਚ, ਤੇ ਇਸ ਹਫ਼ਤੇ ਉਹ ਕਹਿੰਦੇ ਵੀ 36 ਤੋਂ ਵੱਧ ਜਿਹੜਾ ਉਹ ਟੈਂਪਰੇਚਰ ਜਾਣਾ ਹੈਗਾ। ਸੋ ਇਹ ਵਾਰੀ-ਵਾਰੀ ਜਿਹੜੀਆਂ ਉਹਨਾਂ ਨੂੰ ਵਾਰਨਿੰਗਸ ਇਸ਼ੂ ਕਰਨੀਆਂ ਪੈ ਰਹੀਆਂ ਨੇ, ਉਹਦਾ ਮਤਲਬ ਹੈ ਕਿ ਕੁਛ ਨਾ ਕੁਛ ਗੜਬੜ ਹੋ ਰਹੀ ਹੈ। ਫਰਾਂਸ ਦੇ ਵਿੱਚ ਵੀ, ਸਪੇਨ ਦੇ ਵਿੱਚ ਵੀ। ਕੱਲ ਇਟਲੀ ਦੀ ਇੱਕ ਇੰਟਰਸਟਿੰਗ ਖਬਰ ਸੀਗੀ ਕਿ ਉਹਨਾਂ ਦਾ ਇੱਕ ਦਰਿਆ ਹੈਗਾ, ਉਹ ਇਸ ਕਦਰ ਸੁੱਕ ਗਿਆ ਕਿ ਉੱਥੇ ਵਰਲਡ ਵਾਰ 2 ਦੇ ਵੇਲੇ ਦਾ ਇੱਕ ਬੰਬ ਉਹ ਲੱਭਿਆ। ਸੋ ਇਵੇਂ ਲੇਕ ਮੀਟ ਦੇ ਵਿੱਚੋਂ ਵੀ ਆਪਾਂ ਖਬਰਾਂ ਸੁਣਦੇ ਹਾਂ ਕਿ ਪੁਰਾਣੇ ਜਿਹੜੇ ਹਿਊਮਨ ਰਿਮੇਨਸ ਲੱਭ ਰਹੇ ਨੇ। ਸੋ ਜਿਹੜੀ ਆਪਾਂ ਗੱਲ ਕਰੀਏ ਵਰਲਡ ਓਵਰ ਜਿਹੜੇ ਚੇਂਜਿੰਗ ਵੈਦਰ ਪੈਟਰਨਸ ਨੇ ਨਾ, ਜਦੋਂ ਆਪਾਂ ਥੋੜੀ ਜਿਹੀ ਸਾਇੰਸ ਦੀ ਜੇ ਗੱਲ ਕਰੀਏ ਇਹਨੂੰ ਐਕਸਪਲੇਨ ਕਰਨ ਦੇ ਵਾਸਤੇ, ਤਾਂ ਜਦੋਂ ਹੀਟ ਵੱਧਦੀ ਹੈ ਕਿਸੇ ਵੀ ਸਿਸਟਮ ਦੇ ਵਿੱਚ, ਤਾਂ ਹੀਟ ਦੇ ਨਾਲ ਪਾਣੀ ਦੀ ਇਵੈਪੋਰੇਸ਼ਨ ਜਿਹੜੀ ਹੈ ਉਹ ਵੱਧਦੀ ਹੈ। ਇੱਕ ਤਾਂ ਜਿਹੜਾ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਜਿਹੜਾ ਸਾਡਾ ਵਾਤਾਵਰਨ ਹੈਗਾ, ਜਿਵੇਂ ਜਿਵੇਂ ਵਾਤਾਵਰਨ ਦਾ ਤਾਪਮਾਨ ਵੱਧਦਾ ਹੈ, ਉਵੇਂ ਉਵੇਂ ਵਾਤਾਵਰਨ ਦੀ ਜਿਹੜੀ ਪਾਣੀ ਸੋਖ ਕੇ ਰੱਖਣ ਦੀ ਜਾਂ ਪਾਣੀ ਨੂੰ ਭੰਡਾਰ ਕਰਨ ਦੀ ਸਮਰੱਥਾ ਵੀ ਉਨੀ ਵੱਧ ਜਾਂਦੀ ਹੈ। ਇਸੇ ਕਰਕੇ ਜਿਹੜੇ ਸਾਡੀਆਂ ਔੜਾਂ ਨੇ ਉਹ ਜ਼ਿਆਦਾ ਲੰਬੀਆਂ ਨੇ, ਕਿਉਂਕਿ ਉਹ ਜਦੋਂ ਪਾਣੀ ਵਾਤਾਵਰਨ ਸੋਖੀ ਜਾਂਦਾ, ਉਹਦੀ ਸਮਰੱਥਾ ਜਦੋਂ ਵੱਧ ਗਈ ਹੈ ਤਾਂ ਉਹ ਪਾਣੀ ਮੀਂਹ ਬਣ ਕੇ ਕਿਤੇ ਨਾ ਕਿਤੇ ਡਿੱਗਣਾ ਨਹੀਂ ਛੇਤੀ, ਕਿਉਂਕਿ ਉਹਦੀ ਆਮ ਤੌਰ ਤੇ 6 ਤੋਂ 7% ਜਾਂ 10% ਸਮਰੱਥਾ ਵੱਧ ਚੁੱਕੀ ਹੈ। ਤੇ ਜਦੋਂ ਕਿਤੇ ਡਿੱਗਣਾ ਹੈਗਾ, ਜਦੋਂ ਕਿਤੇ ਇੰਨਾ ਪਾਣੀ ਜਜ਼ਬ ਹੋ ਗਿਆ ਵਾਤਾਵਰਨ ਦੇ ਵਿੱਚ, ਤੇ ਜਦੋਂ ਕਿਤੇ ਡਿੱਗਣਾ ਤਾਂ ਉਹ ਫਿਰ ਲੋੜ ਤੋਂ ਜ਼ਿਆਦਾ ਫਲੱਡ ਹੈ, ਇੱਕੋ ਦਮ ਜਿਹੜਾ ਪਾਣੀ ਉਹ ਆ ਜਾਂਦਾ ਹੈ। ਅੱਜ ਕੱਲ੍ਹ ਕੰਟਕੀ ਦੇ ਵਿੱਚ ਹੜ੍ਹ ਆਏ ਹੋਏ ਨੇ, ਪੰਜਾਬ ਦੇ ਵਿੱਚ ਵੀ ਅੱਜ ਕੱਲ੍ਹ ਹੜ੍ਹ ਆਏ ਹੋਏ ਨੇ। ਸੋ ਆਪਾਂ ਚੇਂਜਿੰਗ ਵੈਦਰ ਪੈਟਰਨਸ ਦੀ ਵੀ ਗੱਲ ਕਰਾਂਗੇ ਕਿ ਜਿੱਥੇ ਹੜ੍ਹ ਆਉਂਦੇ ਨੇ ਉੱਥੇ ਜ਼ਿਆਦਾ ਹੜ੍ਹ ਕਿਉਂ ਆ ਰਹੇ ਨੇ। ਇਵੇਂ ਗਲੇਸ਼ੀਅਰ ਪਿਘਲਣ ਦੇ ਨਾਲ ਜਿੱਥੇ ਕਿਤੇ ਹੜ੍ਹ ਆ ਰਹੇ ਨੇ ਉਹ ਪਹਿਲਾਂ ਨਾਲੋਂ ਜ਼ਿਆਦਾ ਤੀਬਰਤਾ ਦੇ ਨਾਲ ਆ ਰਹੇ ਨੇ। ਸੋ ਯੂਰਪ ਦੇ ਵਿੱਚ ਲੋਕ ਇਸ ਚੀਜ਼ ਦੇ ਲਈ ਪ੍ਰੀਪੇਅਰਡ ਨਹੀਂ ਸੀਗੇ, ਜਿਹੜੇ ਕਿ ਹੁਣ ਉਹਦੇ ਇਫੈਕਟ ਦੇਖਣ ਨੂੰ ਮਿਲ ਰਹੇ ਆ। ਵਾਈਲਡ ਫਾਇਰਸ ਦੀ ਤੁਸੀਂ ਗੱਲ ਕੀਤੀ ਜਾਂ ਆਪਾਂ ਇਸ਼ਾਰਾ ਕਰਦੇ ਹਾਂ, ਵਾਈਲਡ ਫਾਇਰਸ ਵੀ ਕਿਉਂਕਿ ਜਦੋਂ ਰੁੱਖਾਂ ਦੇ ਵਿੱਚ ਨਮੀ ਘਟ ਜਾਂਦੀ ਹੈ ਤਾਂ ਜਿਹੜੀਆਂ ਵਾਈਲਡ ਫਾਇਰਸ ਪਹਿਲਾਂ ਸਤੰਬਰ ਦੇ ਵਿੱਚ ਲੱਗਣੀਆਂ ਸੀ, ਸਤੰਬਰ ਤੱਕ ਜਾ ਕੇ ਨਮੀ ਘਟਣੀ ਸੀ, ਉਹੀ ਹੁਣ ਉਨੀ ਕੁ ਨਮੀ ਹੈ ਜਿਹੜੀ ਉਹ ਜੁਲਾਈ ਦੇ ਵਿੱਚ ਹੀ ਰਹਿ ਜਾਂਦੀ ਹੈ। ਇਸ ਕਰਕੇ ਵਾਈਲਡ ਫਾਇਰਸ ਜਿਹੜੀ ਉਹ ਵੀ ਜ਼ਿਆਦਾ ਲੱਗ ਰਹੀਆਂ ਨੇ ਤੇ ਉਹ ਵੀ ਜਲਦੀ ਲੱਗ ਰਹੀਆਂ ਨੇ। ਅਮਰੀਕਨ ਵੈਸਟ ਦੇ ਨਾਲ ਕੜੀ ਜੋੜਦਿਆਂ ਮੈਂ ਜ਼ਿਕਰ ਕਰਨਾ ਚਾਹੂੰਗਾ ਕਿ ਇੱਕ ਬੜੀ ਮਾਰਕੇ ਦੀ ਕਿਤਾਬ ਹੈਗੀ ਜੀ, ਮਾਰਕ ਰਾਈਸਨਰ ਦੀ ਕੈਡਿਲਕ ਡੈਜ਼ਰਟ, ਜੋ ਅਮਰੀਕਾ ਦੇ ਪੱਛਮ ਦੇ ਵਿੱਚ ਜੋ ਕੁਝ ਹੋਇਆ ਹੈਗਾ ਵਾਟਰ ਸਟਰਕਚਰਸ ਨੂੰ ਲੈ ਕੇ, ਉਹ ਬੜੀ ਖੂਬਸੂਰਤ ਬੁੱਕ ਹੈਗੀ ਹੈ। ਮੈਂ ਚਾਹੂੰਗਾ ਕਿ ਸਰੋਤੇ ਜਿਹੜੇ ਉਹਨੂੰ ਵੀ ਐਕਸਪਲੋਰ ਕਰਨ। ਓਵਰਆਲ ਜਦੋਂ ਫਿਰ ਵਾਪਸ ਅਸੀਂ ਦੁਨੀਆ ਦੀ ਗੱਲ ਕਰਦੇ ਹਾਂ ਤਾਂ ਆਉਣ ਵਾਲੀ ਸਦੀ ਦੇ ਵਿੱਚ ਇਹ ਦੇਖਿਆ ਜਾਂਦਾ ਕਿ ਜਿਹੜਾ ਇੰਡਸ ਰਿਵਰ ਦਰਿਆਏ ਸਿੰਧ ਦਾ ਬੇਸਨ ਹੈਗਾ, ਜਿਹੜਾ ਹਿਮਾਲਿਆ ਤੋਂ ਨਿਕਲ ਕੇ ਸਾਰਾ ਪਾਕਿਸਤਾਨ ਉਹਦੇ ਉੱਤੇ ਡਿਪੈਂਡੈਂਟ ਹੈ, ਤੇ ਦਰਿਆਏ ਸਿੰਧ ਦੇ ਬੇਸਨ ਦੇ ਵਿੱਚ ਪੰਜਾਬ ਵੀ ਸ਼ਾਮਲ ਹੈਗਾ, ਸਤਲੁਜ ਸਮੇਤ ਜਿਹੜੇ ਬਾਕੀ ਦੇ ਸਾਰੇ ਦਰਿਆ ਤੇ ਪੰਜਾਬ ਦੇ ਪੰਜੇ ਦੁਆਬ ਉਹਦੇ ਵਿੱਚ ਸ਼ਾਮਲ ਨੇ। ਆਉਣ ਵਾਲੇ 50 ਸਾਲਾਂ ਦੇ ਵਿੱਚ ਉਹਦੇ 'ਚ ਹੜ੍ਹਾਂ ਦੀ ਤੀਬਰਤਾ ਵੀ ਵਧਣ ਦੀ ਸੰਭਾਵਨਾ, ਤੇ ਫਿਰ ਜਿਹੜੀਆਂ ਔੜਾਂ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਉਹ ਵੀ ਲੰਬੀਆਂ ਵਧਣਗੀਆਂ। ਗੁਰੀਤ ਜੀ, ਜਿੱਥੇ ਤੁਸੀਂ ਇਨ ਸਾਰੀ ਸਮੱਸਿਆਵਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ, ਮੈਂ ਪ੍ਰੋਗਰਾਮ ਦੀ ਸਮਾਪਤੀ ਦੇ ਵਿੱਚ ਥੋੜ੍ਹੇ ਜਿਹੇ ਹੱਲ ਵੀ ਤੁਹਾਡੇ ਤੋਂ ਜ਼ਰੂਰ ਤੁਹਾਡੇ ਵਿਚਾਰ ਲੈਣਾ ਚਾਹਾਂਗੀ। ਐਟ ਦੀ ਐਂਡ ਆਫ ਦ ਡੇ ਕਿਸ ਤਰ੍ਹਾਂ ਅਸੀਂ ਆਪ ਦੇ ਇੱਕ ਇੰਡੀਵਿਜੂਅਲ ਲੈਵਲ 'ਤੇ ਬਿਹੇਵੀਅਰਸ ਨੂੰ ਚੇਂਜ ਕਰ ਸਕਦੇ ਹਾਂ ਤਾਂ ਕਿ ਸਾਡਾ ਇੱਕ ਵਾਂਸ ਅਗੈਨ ਛੋਟੇ ਲੈਵਲ 'ਤੇ ਇੰਪੈਕਟ ਜੋ ਬੰਦਾ ਇੱਕ ਇਨਸਾਨ ਆਪਣੇ ਵੱਲੋਂ ਕਰ ਸਕਦਾ, ਐਟਲੀਸਟ ਉਹ ਤਾਂ ਅਸੀਂ ਕਰੀਏ।
ਜੀ ਗੱਲ ਤਾਂ ਅਖੀਰ ਦੇ ਵਿੱਚ ਇਹੀ ਆਉਂਦੀ ਹੈ ਕਿ ਜਿੰਨੀਆਂ ਵੀ ਸਾਨੂੰ ਸਮੱਸਿਆਵਾਂ ਇਤਿਹਾਸ ਦੇ ਵਿੱਚ ਆਈਆਂ ਨੇ, ਅਸੀਂ ਪੂਰੇ ਯੋਧੇ ਬਣ ਕੇ ਉਹਨਾਂ ਸਮੱਸਿਆਵਾਂ ਨਾਲ ਨਜਿੱਠਿਆ। ਸੋ ਇਤਿਹਾਸ ਗਵਾਹ ਹੈ ਕਿ ਅਸੀਂ ਭਾਵੇਂ ਆਪਣੇ ਤੌਰ ਤਰੀਕੇ ਚੇਂਜ ਕੀਤੇ ਹੋਣ ਜਾਂ ਕੁਝ ਨਵੇਂ ਢੰਗ ਈਜਾਦ ਕੀਤੇ ਹੋਣ, ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਫਤਿਹ ਪਾਈ ਹੈ। ਸੋ ਜੇ ਅਸੀਂ ਪਾਣੀ ਦੀ ਗੱਲ ਕਰੀਏ ਤਾਂ ਇਹ ਜਿਹੜੇ ਸਾਰੇ ਮਸਲਿਆਂ ਦੀ ਅਸੀਂ ਗੱਲ ਕਰ ਰਹੇ ਹਾਂ, ਭਾਵੇਂ ਉਹ ਗਲੋਬਲ ਲੈਵਲ ਤੇ ਹੁਣ ਪੰਜਾਬ ਦੇ ਵਿੱਚ ਜਾਂ ਕੈਲੀਫੋਰਨੀਆ ਦੇ ਵਿੱਚ, ਇਹ ਜਿਹੜੇ ਮਸਲੇ ਸਾਨੂੰ ਆ ਰਹੇ ਨੇ, ਇਹ ਸੰਕੇਤ ਨੇ ਕਿਤੇ ਨਾ ਕਿਤੇ ਕਿ ਕੁਝ ਗੜਬੜ ਹੋ ਰਹੀ ਹੈ, ਪਿਛਲੇ ਕਾਫੀ ਸਮੇਂ ਤੋਂ ਹੋ ਰਹੀ ਹੈ। ਔਰ ਜਿਹੜੀਆਂ ਚੀਜ਼ਾਂ ਅਸੀਂ ਤੌਰ ਤਰੀਕੇ ਅਪਣਾ ਰਹੇ ਸੀ ਪਹਿਲੇ, ਉਹ ਹੁਣ ਓਨੇ ਕਾਰਗਰ ਸਿੱਧ ਨਹੀਂ ਹੋ ਰਹੇ। ਇਸ ਕਰਕੇ ਸਾਨੂੰ ਕੁਝ ਨਾ ਕੁਝ ਬਦਲਣਾ ਪੈਣਾ। ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ। ਇੱਕ ਤਾਂ ਇਹ ਹੈ ਕਿ ਸਾਨੂੰ ਆਪਣੇ ਜਿਹੜਾ ਇਨਫਰਾਸਟ੍ਰਕਚਰ ਹੈਗਾ, ਜਿਹੜੀ ਪਾਣੀ ਦੀ ਸਟੋਰੇਜ ਦਾ ਇਨਫਰਾਸਟ੍ਰਕਚਰ ਆ, ਉਹ ਵੀ ਕਿਤੇ ਨਾ ਕਿਤੇ ਪੁਰਾਣਾ ਹੈਗਾ ਤੇ ਉਹਨੂੰ ਵੀ ਇੰਪਰੂਵ ਕਰਨਾ, ਜਿੱਥੇ ਕਿਤੇ ਲੋੜ ਹੈਗੀ ਹੈ এনवायरमेंटली ਸਸਟੇਨੇਬਲ ਤਰੀਕੇ ਦੇ ਨਾਲ ਅਸੀਂ ਆਪਣਾ ਸਟੋਰੇਜ ਕਪੈਸਿਟੀ ਉਹ ਵਧਾ ਸਕਦੇ ਹਾਂ, ਉੱਥੇ ਆਪਾਂ ਨੂੰ ਉਹਦੇ ਉੱਤੇ ਕੰਮ ਕਰਨ ਦੀ ਲੋੜ ਹੈ। ਦੂਸਰਾ, ਇਲੈਕਟ੍ਰੀਕਲ ਗ੍ਰਿਡ ਦਾ ਇਨਫਰਾਸਟ੍ਰਕਚਰ ਦੀ ਤੁਸੀਂ ਗੱਲ ਕੀਤੀ, ਉਹ ਵੀ ਆਪਣਾ ਪੁਰਾਣਾ ਹੈਗਾ ਤੇ ਉਹ ਵੀ ਆਪਣਾ ਪਣ ਬਿਜਲੀ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡੈਂਟ ਹੈ। ਸਾਨੂੰ ਰੀਨਿਊਏਬਲ ਸੋਰਸਸ ਦੇ ਉੱਤੇ ਕੰਮਕਾਰ ਜਿਹੜੇ ਉਹ ਕਰਨੇ ਪੈਣੇ ਆ। ਜਿਹੜਾ ਰੀਸੈਂਟ ਹੁਣ ਬਿੱਲ ਸੈਨੇਟ ਚੋਂ ਪਾਸ ਹੋਇਆ, ਇਹ ਵੀ ਸ਼ਾਇਦ ਕਿਤੇ ਨਾ ਕਿਤੇ ਕੋਈ ਨਾ ਕੋਈ ਇੰਪੈਕਟ ਉਸ ਚੀਜ਼ ਵੱਲ ਪਾ ਸਕੇ, ਰੀਨਿਊਏਬਲ ਸੋਰਸਸ ਆਫ ਐਨਰਜੀ ਦੇ ਵਿੱਚ। ਘਰੇਲੂ ਪੱਧਰ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਨੇ ਜਿਹੜੀਆਂ ਅਸੀਂ ਕਰ ਸਕਦੇ ਹਾਂ। ਖਾਸ ਤੌਰ ਦੇ ਉੱਤੇ ਜਿਹੜੀ ਹੁਣ ਮੈਂ ਦੇਖ ਰਿਹਾ ਕਿ ਬੜੀ ਚੰਗੀ ਚੀਜ਼ ਸੁਣਨ ਨੂੰ ਮਿਲ ਰਹੀ ਹੈ ਆਸੇ ਪਾਸਿਓਂ, ਇੱਕ ਰੈਵੋਲਿਊਸ਼ਨ ਜਿਹੜੀ ਆ ਰਹੀ ਹੈ ਫੂਡ ਪ੍ਰੋਡਕਸ਼ਨ ਨੂੰ ਲੈ ਕੇ, ਲੋਕਾਂ ਨੂੰ ਅਵੇਅਰਨੈਸ ਆ ਰਹੀ ਹੈ ਕਿ ਲੋਕਲ ਫੂਡ ਪ੍ਰੋਡਕਸ਼ਨ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਹੁਲਾਰਾ ਦੇਣਾ ਹੈ। ਤੁਸੀਂ ਬਜਾਏ ਇਸ ਦੇ ਕਿ ਸਰਦੀਆਂ ਦੇ ਵਿੱਚ ਤੁਸੀਂ ਇਹ ਆਖੋ ਕਿ ਸਾਨੂੰ ਦੱਖਣੀ ਹੈਮੀਸਫੀਅਰ ਤੋਂ ਕੋਈ ਇਹੋ ਜਿਹੀ ਚੀਜ਼ ਗਰਮੀਆਂ ਵਾਲੀ ਸਾਨੂੰ ਇੱਥੇ ਮਿਲੇ ਜਿਹੜੀ ਕਿ ਸ਼ਿਪ ਰਾਹੀਂ ਆਉਂਦੀ ਹੈ, ਤੇ ਉਹ ਉਸ ਕੰਟਰੀ ਦੇ ਉੱਤੇ ਵੀ ਬੋਝ ਹੈ ਖੇਤੀਬਾੜੀ ਦੇ ਉੱਤੇ, ਕਿਉਂ ਨਾ ਆਪਾਂ ਆਪਣੇ ਜਿਹੜੇ ਤੌਰ ਤਰੀਕੇ, ਸਾਡਾ ਪੁਰਾਣਾ ਜਿਹੜਾ ਕਲਚਰ ਹੈ ਜਾਂ ਇਤਿਹਾਸ ਹੈ, ਉਹ ਵੀ ਇਹੀ ਕਹਿੰਦਾ ਹੈ ਕਿ ਸੀਜ਼ਨਲ ਜਿਹੜੀ ਰੁੱਤੇ ਤੇ ਕਰੁੱਤੇ ਵਾਲੀ ਚੀਜ਼ ਆਪਾਂ ਗੱਲ ਕਰਦੇ। ਸੋ ਉਹ ਆਪਾਂ ਸੀਜ਼ਨਲ ਸਬਜ਼ੀਆਂ ਤੇ ਫਲਾਂ ਦੇ ਉੱਤੇ ਜ਼ੋਰ ਦੇਈਏ। ਘਰੇਲੂ ਫੂਡ ਪ੍ਰੋਡਕਸ਼ਨ ਜਾਂ ਕਮਿਊਨਿਟੀ ਲੈਵਲ ਦੇ ਉੱਤੇ ਫੂਡ ਪ੍ਰੋਡਕਸ਼ਨ, ਜਿਹੜੇ ਵੱਡੇ ਵੱਡੇ ਲਾਨ ਸੀਗੇ ਸਾਡੇ, ਉਹਨਾਂ ਨੂੰ ਤਬਦੀਲ ਕਰਕੇ ਉੱਥੇ ਕਮਿਊਨਿਟੀ ਗਾਰਡਨਸ ਬਣਾਉਣ ਦੀ ਗੱਲ ਚੱਲ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਖਾਸ ਤੌਰ ਦੇ ਉੱਤੇ ਅਸੀਂ ਹਮੇਸ਼ਾ ਤੋਂ ਕਹਿੰਦੇ ਹਾਂ ਕਿ ਆਪਣੇ ਘਰ ਦੇ ਅੱਗੇ ਪਿੱਛੇ ਜੇ ਤੁਸੀਂ ਬੂਟੇ ਲਾਉਣੇ ਵੀ ਨੇ ਤਾਂ ਉਹ ਲੋਕਲ ਜਿਹੜੇ ਨੇ ਨੇਟਿਵ ਬੂਟੇ ਲਾਓ, ਜਿਹੜੇ ਡਰਾਊਟ ਟੋਲਰੈਂਟ ਹੋਣ। ਸੋ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ, ਇਹਨਾਂ ਦੇ ਉੱਤੇ ਆਪਾਂ ਇਹ ਯੋਗਦਾਨ ਪਾ ਸਕਦੇ ਹਾਂ। ਤੇ ਸਭ ਤੋਂ ਜਿਹੜੀ ਵੱਡੀ ਗੱਲ ਇਹ ਹੈ ਕਿ ਆਪਣੇ ਆਪ ਨੂੰ ਐਜੂਕੇਟ ਕਰੀਏ, ਆਪਣੇ ਆਪ ਨੂੰ ਅਵੇਅਰ ਕਰੀਏ ਤੇ ਆਪਣੀ ਅਗਲੀ ਪੀੜ੍ਹੀ ਨੂੰ ਇਸ ਚੀਜ਼ ਦੇ ਵਿੱਚ ਸ਼ਾਮਲ ਕਰੀਏ। ਜਿੱਥੇ ਵੀ ਕਿਤੇ ਕੋਈ ਪਾਲਿਸੀ ਬਣਨੀ ਹੈ, ਜਿੱਥੇ ਵੀ ਕਿਤੇ ਇਸ ਚੀਜ਼ ਦੇ ਬਾਰੇ ਗੱਲ ਹੋਣੀ ਹੈ, ਆਪਣੀ ਆਵਾਜ਼ ਉੱਥੇ ਜ਼ਰੂਰ ਜਾਵੇ। ਜਿੰਨੀਆਂ ਆਵਾਜ਼ਾਂ ਅਸੀਂ ਵੱਧ ਬਣਾਵਾਂਗੇ, ਉਹਨਾਂ ਇੰਪੈਕਟ ਵੱਧ ਪਊਗਾ ਜੀ। ਗੱਲ ਇੱਥੇ ਆ ਕੇ ਮੁੱਕਦੀ ਹੈ। I could not agree with you more। ਤੁਸੀਂ ਕਿੰਨੇ ਮੈਂ ਕਹਾਂਗੀ ਕਿੰਨੇ ਸਾਰੇ ਸਾਨੂੰ ਇੱਥੇ ਸੋਲੂਸ਼ਨਸ ਦੱਸੇ ਆ ਜੋ ਅਸੀਂ ਇੱਕ ਇੰਡੀਵਿਜੂਅਲ ਲੈਵਲ ਤੇ, ਕਮਿਊਨਿਟੀ ਲੈਵਲ ਤੇ ਅਤੇ ਵੱਡੇ ਲੈਵਲ ਤੇ ਸਰਕਾਰਾਂ ਤੋਂ ਵੀ ਪੁਸ਼ ਕਰ ਸਕਦੇ ਹਾਂ। ਸੋ ਥੈਂਕ ਯੂ ਸੋ ਮਚ ਗੁਰਦੀਪ ਬਰਾੜ ਜੀ। ਅੱਜ ਸਾਡੀ ਗੱਲ ਜ਼ਰੂਰ ਪਾਣੀ ਉੱਤੇ ਹੋਈ ਹੈ, ਬਟ ਤੁਸੀਂ ਫੂਡ ਸਿਕਿਉਰਿਟੀ ਦਾ ਜ਼ਿਕਰ ਕੀਤਾ ਹੈ। ਮੈਂ ਚਾਹਾਂਗੀ ਤੁਸੀਂ ਸਾਡੇ ਨਾਲ ਫਿਰ ਆ ਕੇ ਜੁੜੋ ਇਸ ਕਨਵਰਸੇਸ਼ਨ ਨੂੰ ਅੱਗੇ ਵਧਾਉਣ ਲਈ। ਜਦੋਂ ਅਸੀਂ ਗਲੋਬਲ ਲੈਵਲ ਦੀ ਫੂਡ ਪ੍ਰੋਡਕਸ਼ਨ ਦੀ ਗੱਲ ਕਰਦੇ ਹਾਂ, ਕਿਸ ਤਰ੍ਹਾਂ ਉਹਦੇ ਵਿੱਚ ਅਸੀਂ ਬਦਲਾਵ ਵੇਖ ਸਕਦੇ ਹਾਂ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਡੈਫੀਨਿਟਲੀ ਵੇਖਾਂਗੇ, ਉਹਦੇ ਬਾਰੇ ਗੱਲ ਜ਼ਰੂਰ ਇੱਕ ਹੋਰ ਐਪੀਸੋਡ ਦੇ ਵਿੱਚ ਕਰਾਂਗੇ। ਬਟ ਅੱਜ ਦੇ ਇਸ ਪ੍ਰੋਗਰਾਮ ਦੇ ਲਈ ਸਾਨੂੰ ਦਿਓ ਇਜਾਜ਼ਤ। ਹੈਵ ਅ ਗੁੱਡ ਰੈਸਟ ਆਫ ਯੂਰ ਈਵਨਿੰਗ ਗੁਰਦੀਪ ਬਰਾੜ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਮਿਹਰਬਾਨੀ ਜੀ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਵਨਸ ਅਗੇਨ ਅਸੀਂ ਸੀਰੀਜ਼, ਇੱਕ ਸਪੈਸ਼ਲ ਸੀਰੀਜ਼ ਪ੍ਰੋਗਰਾਮਸ ਦੀ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ। ਗੁਰਦੀਪ ਬਰਾੜ ਜੀ ਸਾਡੇ ਨਾਲ ਫਿਰ ਜੁੜਨਗੇ ਇਸ ਮੁੱਦੇ ਨੂੰ ਅੱਗੇ ਵਧਾਉਣ ਲਈ। ਅੱਜ ਅਸੀਂ ਪਾਣੀ ਦੀ ਗੱਲ ਕੀਤੀ, ਅਗਲੇ ਪ੍ਰੋਗਰਾਮ ਦੇ ਵਿੱਚ ਗਲੋਬਲ ਫੂਡ ਇਨਸਿਕਿਉਰਿਟੀ ਕ੍ਰਾਈਸਿਸ ਦੀ ਗੱਲ ਕਰਾਂਗੇ। ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਸਾਡੇ ਲਈ, ਸਾਡੇ ਗੈਸਟ ਲਈ ਕੋਈ ਕੁਐਸਚਨਸ, ਕਮੈਂਟਸ, ਕੰਸਰਨਸ ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।